हाँ जी दोस्तों, इस ਵੇਲੇ 3:47 ਹਰਜਿੰਦਰ ਗਿੱਲ ਸ਼ੋਅ 1350 AM ਦੇ ਉੱਪਰ ਤੁਸੀਂ ਜੁੜੇ ਹੋਏ ਹੋ ਤੇ ਥੋੜਾ ਜਿਹਾ ਹੁਣ ਮਿਊਜ਼ਿਕ ਤੋਂ ਬਾਹਰ ਨਿਕਲਦੇ ਹਾਂ ਤੇ ਫਿਰ ਰਾਜਨੀਤੀ ਦੀ ਗੱਲ ਕਰਦੇ ਹਾਂ। ਥੋੜਾ ਸਮਾਂ ਸਾਡੇ ਨਾਲ ਗੁਰਸ਼ਰਨ ਬੌਬੀ ਸਿੱਧੂ ਹੋਰੀ ਫੋਨ ਲਾਈਨ ਦੇ ਉੱਪਰ ਆ ਚੁੱਕੇ ਆ। ਇਹਨਾਂ ਦੇ ਨਾਲ ਗੱਲ ਕਰੀਏ ਜਿਹੜੀ ਇਸ ਵੇਲੇ ਪੰਜਾਬ ਤੋਂ ਜੋ ਵੱਡੀ ਖਬਰ ਨਰਿੰਦਰ ਮੋਦੀ ਹੋਰਾਂ ਦੀ ਜੋ ਰੈਲੀ ਸੀ ਉਹਦੇ ਨਾਲ ਸੰਬੰਧਿਤ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇ ਵੱਲੋਂ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਜਾ ਰਹੇ ਨੇ। ਕੋਈ ਕਹਿ ਰਿਹਾ ਜੀ ਬਹੁਤ ਵਧੀਆ ਹੋਇਆ, ਕੋਈ ਕਹਿ ਰਿਹਾ ਜੀ ਕਿ ਇਹ ਬੜਾ ਮੰਦਭਾਗਾ ਹੋਇਆ, ਨਰਿੰਦਰ ਮੋਦੀ ਹੋਰਾਂ ਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆ, ਉੱਥੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ, ਉਹਨਾਂ ਦਾ ਰਸਤਾ ਰੋਕਿਆ ਗਿਆ। ਸੋ ਇਹਦੇ ਬਾਰੇ 'ਚ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਰਾਜਨੀਤਿਕ ਤੌਰ 'ਤੇ ਜਾਂ ਪਰਸਨਲ ਤੌਰ ਦੇ ਉੱਤੇ ਲੋਕਾਂ ਦੀਆਂ ਜੋ ਗੱਲਾਂ ਬਾਤਾਂ ਨੇ ਉਹਦੇ ਬਾਰੇ 'ਚ ਬੌਬੀ ਹੋਰਾਂ ਦੇ ਕੋਲੋਂ ਵੀ ਪੁੱਛਦੇ ਹਾਂ ਕਿ ਇਸ ਵੇਲੇ ਜਿਹੜੀ ਪੰਜਾਬ ਦੀ ਸਿਆਸਤ ਹੈ ਵੱਖ-ਵੱਖ ਪਾਰਟੀਜ਼ ਲੈਵਲ ਦੇ ਉੱਪਰ ਜੇ ਗੱਲ ਕਰੀਏ ਕਿਵੇਂ ਦੇਖ ਰਹੇ ਨੇ, ਜਾਂ ਇਹਦੇ ਨਾਲ ਪੰਜਾਬ ਦੇ ਲਈ ਕੀ ਗੱਲਬਾਤ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਰੁਖ ਅਖਤਿਆਰ ਹੋ ਸਕਦਾ। ਇਹ ਕੁਛ ਚੀਜ਼ਾਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਬੂ ਜੀ ਬਹੁਤ ਬਹੁਤ ਸਵਾਗਤ ਪਹਿਲਾਂ ਦਾ ਪ੍ਰੋਗਰਾਮ ਦੇ ਵਿੱਚ। ਹਰਜਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਬਾਬੂ ਜੀ ਇਹ ਬੜੀ ਅਹਿਮ ਅੱਜ ਚਰਚਾ ਰਹੀ ਹੈ ਸਾਰਾ ਦਿਨ ਹੀ ਮੇਨ ਸਟਰੀਮ ਭਾਰਤ ਦੇ ਮੀਡੀਆ ਦੀ ਗੱਲ ਕਰੀਏ, ਪੰਜਾਬ ਦੇ ਮੀਡੀਆ ਦੀ ਗੱਲ ਕਰੀਏ ਜਾਂ ਇੱਥੇ NRIs ਵੀ ਜਿੰਨੇ ਵੀ ਜਿੱਥੇ ਕਿਤੇ ਵੀ ਵਸੇ ਹੋਏ ਆ, ਇਹ ਚਰਚਾ ਵੱਡੀ ਰਹੀ ਅੱਜ ਕਿ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਆਉਣਾ ਸੀ, ਰੈਲੀ ਨੂੰ ਸੰਬੋਧਿਤ ਹੋਣਾ ਸੀ, 70-80 ਹਜ਼ਾਰ ਲੱਖ 1.5 ਲੱਖ ਬੰਦੇ ਤੱਕ ਦੇ ਇਕੱਠ ਦੀ ਉਮੀਦ ਕੀਤੀ ਜਾ ਰਹੀ ਸੀ ਤੇ ਉਹ ਸਫਲ ਨਹੀਂ ਹੋ ਸਕਿਆ, ਹੋ ਨਹੀਂ ਸਕਿਆ। ਦੱਸੋ ਪਹਿਲਾਂ ਤਾਂ ਓਪਨਿੰਗ ਰਿਮਾਰਕਸ ਕੀ ਨੇ ਤੁਹਾਡੇ? ਦੇਖੋ ਹਰਜਿੰਦਰ ਜੀ, ਦੋ ਵੱਖਰੇ ਵਿਸ਼ੇ ਆ। ਮੈਂ ਪਹਿਲਾਂ ਜਿਹੜੀ ਆਪਾਂ ਗੱਲ ਕਰਨੀ ਆ, ਇੱਕ ਤਾਂ ਰੈਲੀ ਦੀ ਆ ਤੇ ਇੱਕ ਹੈਗੀ ਆ ਸਿਕਿਉਰਿਟੀ ਬ੍ਰੀਚ ਦੀ। ਹਾਂਜੀ ਦੇਖੋ, ਰੈਲੀ ਜਿਹੜੀ ਹੈਗੀ ਆ ਉਹ ਸਭ ਨੂੰ ਪਤਾ ਆ ਕਿ ਉਹ ਕਾਮਯਾਬ ਰੈਲੀ ਨਹੀਂ ਸੀ ਹੋਣੀ। ਰੈਲੀ ਦੇ ਵਿੱਚ ਜੋ ਇਹਨਾਂ ਕਲੇਮ ਕੀਤਾ ਕਿ 70,000 ਬੰਦਾ ਪਹੁੰਚੇਗਾ, ਉੱਥੇ 1000 ਤੋਂ ਘੱਟ ਵੀ ਲੋਕ ਸੀਗੇ ਉਸ ਵੇਲੇ, ਜੋ ਖਬਰਾਂ ਆ ਰਹੀਆਂ ਆ। ਤੇ ਇਹ ਵੀ ਪਤਾ ਲੱਗਾ ਕਿ BJP ਦੇ ਖੈਰ ਕੁਛ ਕਾਰਕੁਨ ਵੀ ਦਾਅਵਾ ਕਰ ਰਹੇ ਆ ਕਿ ਉਹਨਾਂ ਦੇ ਬਹੁਤ ਬੱਸਾਂ ਜਾਂ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਸੀਗੀਆਂ ਉਹ ਟੋਲ ਪਲਾਜ਼ਿਆਂ ਚੋਂ ਲੰਘਣ ਨਹੀਂ ਦਿੱਤੀਆਂ ਗਈਆਂ, ਜਾਣੀ ਕਿ ਜੋ ਜਿੱਥੇ ਫੰਕਸ਼ਨ ਹੋਣਾ ਸੀ ਉੱਥੇ ਪਹੁੰਚੀਆਂ ਨਹੀਂ ਹੈਗੀਆਂ। ਪਰ ਫਿਰ ਵੀ ਕਿਉਂਕਿ ਲੋਕਲ ਪੋਪੂਲੇਸ਼ਨ ਫਿਰੋਜ਼ਪੁਰ ਸਿਟੀ ਦੇ ਵਿੱਚ ਸੀਗਾ, ਰਾਣਾ ਸੋਢੀ ਉੱਥੋਂ ਏਰੀਏ 'ਚ ਪ੍ਰਭਾਵਸ਼ਾਲੀ ਲੀਡਰ ਵੀ ਨੇ, ਪਰ ਉਹ ਜਿਹੋ ਜਿਹਾ ਇਕੱਠ ਦੀ ਸੰਭਾਵਨਾ ਸੀਗੀ ਉਹੋ ਜਿਹਾ ਨਹੀਂ ਹੋਇਆ ਉੱਥੇ। ਇਹ ਤਾਂ ਸਾਨੂੰ ਸਾਰਿਆਂ ਨੂੰ ਮੰਨਣਾ ਪੈਣਾ ਆ। ਉਹਦੇ ਬਾਰਿਸ਼ ਦਾ ਕਾਰਨ ਆ ਕੁਛ ਆ, ਉਹ ਬਹਾਨਾ ਵੀ ਹੋ ਸਕਦਾ ਆ। ਲੋਕਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ, ਉਹ ਬਹਾਨਾ ਵੀ ਦਿੱਤਾ ਜਾਏਗਾ। ਲੋਕਾਂ ਦਾ ਵਿਰੋਧ ਹੈਗਾ ਉਹ ਵੀ ਕਿਹਾ ਜਾਏਗਾ। BJP ਦਾ ਪੰਜਾਬ ਗ੍ਰਾਫ ਹੇਠਾਂ ਡਿੱਗਿਆ ਆ, ਇਹ ਵੀ ਕਾਰਨ ਆ। ਉਹ ਮੈਂ ਫਿਰ ਕਹਿ ਦਵਾਂ ਉਹ ਇੱਕ ਵੱਖਰਾ ਵਿਸ਼ਾ ਆ। ਪਰ ਹਾਂ, ਪੰਜਾਬ ਦੇ ਲੋਕ ਬਹੁਤ ਚਾਹੁੰਦੇ ਸੀ ਅੱਜ ਪ੍ਰਧਾਨ ਮੰਤਰੀ ਨੇ ਆਉਣਾ ਆ ਕਿ ਪੰਜਾਬ ਲਈ ਅੱਜ ਕੋਈ ਨਵੀਂ ਚੀਜ਼ ਅਨਾਊਂਸ ਹੋਣੀ ਆ। ਉਹ ਲੋਕਾਂ ਵਿੱਚ ਉਤਸੁਕਤਾ ਸੀਗੀ। ਇਹ ਕੋਈ ਪ੍ਰੋਜੈਕਟ ਹੋਣਾ, PGI ਫਿਰੋਜ਼ਪੁਰ 'ਚ ਬਣਨਾ ਆ, ਇਹੋ ਜਿਹੀਆਂ ਗੱਲਾਂ ਸੀਗੀਆਂ। ਤੇ ਅਗਰ ਪ੍ਰਧਾਨ ਮੰਤਰੀ ਉਹ ਰੈਲੀ ਨੂੰ ਸੰਬੋਧਨ ਕਰ ਵੀ ਦਿੰਦੇ, ਜਿੱਥੇ ਫਲੋਪ ਹੋਣੀ ਸੀ ਉਹ ਅਨਾਊਂਸਮੈਂਟਸ ਕਰ ਵੀ ਦਿੰਦੇ, ਤਾਂ ਫਿਰ ਉਹ ਚਰਚਾ ਹੋਣੀ ਸੀ। ਅਨਾਊਂਸਮੈਂਟਾਂ ਹੋਈਆਂ ਪਰ ਰੈਲੀ ਫਲੋਪ ਹੋਈ ਆ, ਉਹ ਆਪਣੇ ਆਪ ਹੀ ਇੱਕ ਸਿਆਸੀ ਮੈਸੇਜ ਚਲੇ ਜਾਣਾ ਸੀਗਾ ਕਿ BJP ਦੀ ਰੈਲੀ ਜਿਹੜੀ ਆ ਉਹ ਟੋਟਲ ਫੇਲੀਅਰ ਰਹੀ ਆ। ਪਰ ਅੱਜ ਉਸ ਦੀ ਜਗ੍ਹਾ ਇੱਕ ਚਰਚਾ ਹੋਰ ਛਿੜ ਗਈ ਹੈ ਜਿਹੜੀ ਸਿਕਿਉਰਿਟੀ ਬ੍ਰੀਚ ਵਾਲੀ ਆ। ਠੀਕ ਹੈ, ਤੇ ਮੈਂ ਇਹਨੂੰ ਵੱਖਰਾ ਇਸ ਲਈ ਕਹਿੰਦਾ ਆ, ਰੈਲੀ ਦਾ ਕਾਮਯਾਬ ਨਾਕਾਮਯਾਬ ਹੋਣਾ ਇੱਕ ਵੱਖਰੀ ਗੱਲ, ਉਹ ਪੋਲੀਟੀਕਲ ਗੱਲ ਆ। ਸਿਕਿਉਰਿਟੀ ਬ੍ਰੀਚ ਹੋਣਾ ਪੋਲੀਟੀਕਲ ਗੱਲ ਨਹੀਂ ਹੈਗੀ। ਇਹ ਭਾਰਤ ਦੇ ਇੱਕ ਬਹੁਤ ਵੱਡੇ ਕਿਸਮ ਦੇ ਸਿਕਿਉਰਿਟੀ ਸੰਕਟ ਵੀ ਸਮਝਦਾ, ਐਡਮਿਨਿਸਟ੍ਰੇਟਿਵ ਫੇਲੀਅਰ ਵੀ ਆ। ਉਹ ਕਈ ਕਾਰਨ ਨੇ। ਅਗਰ ਇਹਦੇ ਪਿੱਛੇ ਕੋਈ ਸੀਰੀਅਸ ਕਹਿੰਦੇ ਆਪਾਂ ਨੂੰ ਨਾ ਮੰਨਦੇ ਹੋਈਏ ਕਿ ਇਹ ਸਰਕਾਰਾਂ ਨਾ ਮੰਨਦੀਆਂ ਹੋਣ ਕਿ ਇੱਕ ਸੀਰੀਅਸ ਇਸ਼ੂ ਆ ਜਾਂ ਇਹ ਸਿਕਿਉਰਿਟੀ ਬ੍ਰੀਚ ਇੱਕ ਛੋਟੀ ਜਿਹੀ ਗੱਲ ਆ, ਤਾਂ ਫਿਰ SSP ਰੈਂਕ ਦਾ ਆਫਿਸਰ ਵਿਦਿਨ ਕੁਛ ਘੰਟਿਆਂ 'ਚ ਸਸਪੈਂਡ ਨਹੀਂ ਸੀ ਹੋਣਾ। ਅਗਰ SSP ਫਿਰੋਜ਼ਪੁਰ ਸਸਪੈਂਡ ਹੋਇਆ ਆ, ਇਹ ਸਾਨੂੰ ਮੰਨਣਾ ਪੈਣਾ। ਇਹ ਪੰਜਾਬ ਸਰਕਾਰ ਹੋਵੇ, ਕੇਂਦਰ ਸਰਕਾਰ ਹੋਵੇ, ਸਾਰੇ ਇਹਨੂੰ ਬਹੁਤ ਸੀਰੀਅਸਲੀ ਲੈ ਰਹੇ ਆ। ਹੁਣ ਹੋ ਰਹੀਆਂ ਸਭ ਤੋਂ ਵੱਡੀ ਗੱਲ ਹੈ, ਸਮੱਸਿਆ ਇਹ ਆ ਕਿ ਉਂਗਲਾਂ ਇੱਕ ਤਰਫ ਹੋ ਰਹੀਆਂ ਕਿ ਕਸੂਰ ਕਿਹਦਾ ਆ, ਕਾਰਨ ਕੀ ਆ, SPG ਦੇ ਪ੍ਰੋਟੋਕਾਲ ਕੀ ਆ। ਇਹ ਤੇ ਬੜੀ ਚਰਚਾ ਹੋ ਰਹੀ ਆ। ਟੈਕਨੀਕਲ ਪੁਆਇੰਟਸ ਤੇ ਡਿਬੇਟ ਹੋ ਰਹੇ ਨੇ। ਹਰ ਕੋਈ ਲੋਕ ਬੰਦਾ ਆਪਣੇ ਤਰੀਕੇ ਨਾਲ ਦੱਸਣ ਦੀ ਗੱਲ ਕਰ ਰਿਹਾ ਆ। ਤੇ ਉਹ ਹਰਜਿੰਦਰ ਜੀ, ਮੇਰਾ ਇਹ ਮੰਨਣਾ ਆ, ਦੇਸ਼ ਕੋਈ ਵੀ ਹੋਵੇ, ਕੈਨੇਡਾ 'ਚ ਵੀ ਆ, ਅਮਰੀਕਾ ਦੇ ਰਾਸ਼ਟਰਪਤੀ ਜਦੋਂ ਕੌਨਵੇ ਜਾਂਦੇ ਆ, ਇੱਕ ਪ੍ਰੋਟੋਕਾਲ ਐਸਟੈਬਲਿਸ਼ਡ ਹੈਗੀ ਹਰ ਇੱਕ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਵੀ ਹੈਗੀ ਆ। ਤੇ 1988 ਵਿੱਚ ਦੀ ਜਦ ਤੋਂ SPG ਸੰਗਠਿਤ ਕੀਤੀ ਗਈ ਹੈ, ਜਿਹੜੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਪ੍ਰੋਵਾਈਡ ਕਰਨੀ ਆ, ਜਾਂ ਹਿੰਦੁਸਤਾਨ ਦੇ ਕੁਛ ਇੱਕ ਹੋਰ ਚੁਣਿੰਦੇ ਲੋਕ ਨੇ, ਉਹਨਾਂ 'ਚ ਗਾਂਧੀ ਪਰਿਵਾਰ ਦੇ ਵੀ 3 ਜੀ ਹੈਗੇ, ਸੋਨੀਆ ਗਾਂਧੀ
ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ SPG ਦੀ ਪ੍ਰੋਟੈਕਸ਼ਨ ਹੇਠਾਂ ਆਉਂਦੇ ਆ, ਤਾਂ ਉਹ ਸਾਰਿਆਂ ਲਈ ਪ੍ਰੋਟੋਕੋਲ ਸੇਮ ਹੀ ਆ। ਉਹ ਜਿਹਨੂੰ ਫੋਲੋ ਕੀਤਾ ਜਾਂਦਾ, ਜਿਹੜੀ ਉਹਨਾਂ ਦੀ ਬਲੂ ਬੁੱਕ ਮੰਨੀ ਜਾਂਦੀ ਆ ਕਿ ਉਸ ਦੇ ਆਧਾਰਿਤ ਜਿਹੜੇ SPG ਨੇ ਕੰਮ ਕਰਨਾ ਆ। ਤੇ 1988 ਤੋਂ ਲੈ ਕੇ ਅੱਜ ਤੱਕ ਜਦ ਦੀ ਸਥਾਪਿਤ ਹੋਈ ਆ, ਤੇ ਕਿਸੇ ਵੀ ਪ੍ਰਧਾਨ ਮੰਤਰੀ ਦੀ ਇਸ ਲੈਵਲ ਦੀ ਸਿਕਿਉਰਿਟੀ ਬ੍ਰੀਚ ਨਹੀਂ ਹੋਈ ਕਿ ਉਹਨੂੰ 20 ਮਿੰਟ 15 ਮਿੰਟ ਕਿਤੇ ਸਟਕ ਹੋਣਾ ਪਿਆ ਹੋਵੇ। ਤੇ ਪ੍ਰਦਰਸ਼ਨਕਾਰੀ ਕੋਈ 10 ਫੁੱਟ ਦੂਰ ਹੀ ਹੋਣ ਜਾਂ ਕੁਛ ਮੀਟਰ ਹੀ ਦੂਰ ਹੋਣ, ਜੋ ਵੀਡੀਓ ਮੈਂ ਦੇਖ ਰਿਹਾ ਵਾਂ। ਸੋ ਇਹ ਇੱਕ ਆਪਣੇ ਆਪ ਵਿੱਚ ਕੰਸਰਨ ਹੈਗਾ ਆ। ਤੇ ਉਸ ਤੋਂ ਜੇ ਆਪਾਂ ਗੱਲ ਕਰੀਏ ਕਿ ਜੋ ਮੈਨੂੰ ਕਿਸੇ ਨੇ ਗੱਲ ਇਸ ਵੇਲੇ ਸੁਬਾਹ ਕਰ ਰਿਹਾ ਸੀ, ਉਹ ਕਹਿੰਦੇ ਕਿ ਰਾਜੀਵ ਗਾਂਧੀ ਡੈਥ ਹੋਈ ਸੀ, ਪਰ ਰਾਜੀਵ ਗਾਂਧੀ ਉਸ ਵੇਲੇ ਪ੍ਰਧਾਨ ਮੰਤਰੀ ਨਹੀਂ ਸੀ ਤੇ ਉਹਨਾਂ ਕੋਲ SPG ਦੀ ਪ੍ਰੋਟੈਕਸ਼ਨ ਹਟਾਈ ਗਈ ਹੋਈ ਸੀ ਉਸ ਵੇਲੇ ਜਦੋਂ ਉਹਨਾਂ ਦਾ ਜਦੋਂ ਉਹਦੀ ਹੱਤਿਆ ਹੋਈ ਸੀਗੀ। ਸੋ ਉਹ ਜਿਹੜਾ ਐਪੀਸੋਡ ਹੈ 1988 ਤੋਂ ਬਾਅਦ, ਉਸ ਲਈ ਮੈਂ ਵਿੱਚ ਨਹੀਂ ਪਾਇਆ ਕਿਉਂਕਿ ਉੱਥੋਂ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਵੀ ਨਹੀਂ ਸੀ ਤੇ SPG ਦੀ ਸਿਕਿਉਰਿਟੀ ਉਹਨਾਂ ਨੂੰ ਪ੍ਰੋਵਾਈਡਡ ਨਹੀਂ ਸੀ ਉਸ ਵੇਲੇ। ਪਰ ਹੁਣ ਇਸ ਸਮੇਂ ਦੀ ਗੱਲ ਤੇ ਆਉਂਦੇ ਆ, ਜੋ 1988 ਤੋਂ ਬਾਅਦ ਜਦ ਦੀ ਸਥਾਪਿਤ ਹੋਈ ਆ, ਤਾਂ ਇਹੋ ਜਿਹਾ ਸਿਕਿਉਰਿਟੀ ਬ੍ਰੀਚ ਹੋਇਆ ਤੇ ਇਹਦੇ ਡਿਬੇਟ, ਇਹ ਤੇ ਇਨਵੈਸਟੀਗੇਸ਼ਨ ਜ਼ਰੂਰ ਬਣਦੀ ਆ। ਹੁਣ ਪਹਿਲਾਂ ਸਮਝਣ ਦੀ ਲੋੜ ਆ ਕਿ ਜਦੋਂ ਪ੍ਰਾਈਮ ਮਿਨਿਸਟਰ ਆਉਂਦਾ ਆ, ਚਾਹੇ ਭਾਰਤ ਦਾ ਹੋਵੇ, ਚਾਹੇ ਉਹਨਾਂ ਦਾ ਕੈਨੇਡਾ ਹੋਵੇ, ਚਾਹੇ ਅਮਰੀਕਾ ਵੀ ਹੋਵੇ, ਕੰਟੀਨਜੈਂਸੀ ਪਲਾਨ ਜ਼ਰੂਰ ਹੁੰਦਾ ਆ। ਦੇਖੋ ਉਹਨਾਂ ਨੇ ਹੈਲੀਕਾਪਟਰ ਰਾਹੀਂ ਆਉਣਾ ਸੀਗਾ, ਜਹਾਜ਼ ਰਾਹੀਂ ਆਉਣਾ ਸੀ, ਬਾਰਿਸ਼ ਪੈ ਰਹੀ ਸੀ, ਤਾਂ ਜਿਹੜਾ ਉਹ ਰੂਟ ਆ ਉਹ ਅਖੀਰ ਵਿੱਚ ਚੇਂਜ ਕਰ ਦਿੱਤਾ ਗਿਆ। ਰੂਟ ਜਿਹੜਾ ਚੇਂਜ ਕੀਤਾ ਗਿਆ ਆ, ਜੋ ਇਹ ਦੱਸਿਆ ਜਾ ਰਿਹਾ ਆ ਕਿ ਪ੍ਰਾਈਮ ਮਿਨਿਸਟਰ ਦਾ ਆਫਿਸ, ਜਿਹੜੇ SPG ਸੀ ਉੱਥੇ, ਉਹਨਾਂ ਦੀ DGP ਨਾਲ ਆਫਿਸ ਨਾਲ ਗੱਲ ਹੋਈ ਪੰਜਾਬ ਦੇ ਨਾਲ। ਉਹਨਾਂ ਨੇ ਕਲੀਅਰੈਂਸ ਦਿੱਤੀ ਕਿ ਤੁਸੀਂ ਇਹ ਰੂਟ ਵਰਤ ਸਕਦੇ ਆ। ਇਹ ਉਹ ਰੂਟ ਸੈਨੀਟਾਈਜ਼ ਕਰ ਦਿੱਤਾ ਗਿਆ। ਸੈਨੀਟਾਈਜ਼ ਮਤਲਬ ਕਿ ਉਹਨੂੰ ਬਿਲਕੁਲ ਸਾਫ਼ ਕਰ ਦਿੱਤਾ ਗਿਆ, ਪੱਧਰਾ ਕਰ ਦਿੱਤਾ ਗਿਆ ਆ। ਹਾਂਜੀ। ਤੇ ਪਹਿਲਾਂ ਤਾਂ ਦੇਖੋ ਹੁਣ ਹੋਰ ਇੱਕ ਗੱਲ ਆਉਂਦੀ ਆ ਕਿ ਜਿੱਥੇ ਕੁਐਸਚਨ ਮਾਰਕ ਰੇਜ਼ ਹੁੰਦੇ ਆ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ ਉਹਨਾਂ ਨੇ ਆਉਣਾ ਸੀ ਪ੍ਰਾਈਮ ਮਿਨਿਸਟਰ ਨੂੰ ਰਿਸੀਵ ਕਰਨ ਪ੍ਰੋਟੋਕੋਲ ਦੇ ਹਿਸਾਬ ਨਾਲ, ਕਿਉਂਕਿ ਹਲੇ ਕੋਡ ਨਹੀਂ ਲੱਗਾ। ਹਲੇ ਜੋ ਪ੍ਰਾਈਮ ਮਿਨਿਸਟਰ ਅਫੀਸ਼ੀਅਲ ਯਾਤਰਾ ਤੇ ਸੀ, ਕੋਡ ਲੱਗਣ ਤੋਂ ਪਹਿਲਾਂ ਚੀਫ ਮਿਨਿਸਟਰ, ਚੀਫ ਸੈਕਟਰੀ ਤੇ DG ਪ੍ਰੋਟੋਕੋਲ ਦੇ ਹਿਸਾਬ ਦੇ ਨਾਲ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਰਿਸੀਵ ਕਰਨ ਆਉਣਾ ਸੀ। ਉਹ ਪਰ ਤਿੰਨੋਂ ਉੱਥੇ ਨਹੀਂ ਮੌਜੂਦ ਸੀਗੇ। ਗਵਰਨਰ ਸਾਹਿਬ ਪਹੁੰਚੇ ਸੀਗੇ, ਤਾਂ CM ਚੰਨੀ ਉਹਨਾਂ ਨੇ ਆਪਣੀ ਜਗ੍ਹਾ ਮਨਪ੍ਰੀਤ ਬਾਦਲ ਉਹਨਾਂ ਨੂੰ ਕੱਲਿਆ। ਡਿਪਟੀ ਚੀਫ ਮਿਨਿਸਟਰ, ਹੋਮ ਮਿਨਿਸਟਰ ਵੀ ਨਹੀਂ ਪਹੁੰਚੇ ਉੱਥੇ, ਰਿਪਲੇਸ ਕਰਨ ਉਹਨਾਂ ਨੂੰ ਪਹੁੰਚੇ ਫਾਈਨੈਂਸ ਮਿਨਿਸਟਰ, ਖੈਰ ਸੀਨੀਅਰ ਮਿਨਿਸਟਰ ਨੇ, ਤੇ ਉਹਨਾਂ ਨੂੰ ਰਿਸੀਵ ਕੀਤਾ। ਤੇ ਮੁੱਖ ਮੰਤਰੀ ਦਾ ਦਲੀਲ ਇਹ ਆ ਕਿ ਉਹ ਤਾਂ ਨਹੀਂ ਪਹੁੰਚੇ ਕਿਉਂਕਿ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਤੇ ਉਹਦੇ ਇੱਕ ਸਟਾਫ ਵਾਲੇ ਨੂੰ ਕੋਵਿਡ ਹੋ ਗਿਆ, ਸੋ ਇਸ ਲਈ ਉਹ ਨਹੀਂ ਆ ਸਕੇ। ਪਰ ਜਿਹੜੇ ਉਹਨਾਂ ਦੇ ਖਿਲਾਫ ਲੋਕ ਗੱਲ ਕਰ ਰਹੇ, ਉਹ ਇਹ ਕਹਿ ਰਹੇ ਆ ਕਿ ਅਗਰ ਚੰਨੀ ਸਾਹਿਬ ਵਾਕਈ ਕੋਵਿਡ ਤੋਂ ਇੰਨੇ ਦੁਖੀ ਸੀਗੇ, ਉਹਨਾਂ ਨੂੰ ਪਤਾ ਸੀ, ਫਿਰ ਉਹ ਆਈਸੋਲੇਟਡ ਕਿਉਂ ਨਹੀਂ ਸੀਗੇ? ਜਿਸ ਸਮੇਂ ਇਹ ਹੋਇਆ ਆ ਸਭ ਕੁਛ, ਜਦੋਂ ਰਿਸੀਵ ਕੀਤਾ, ਸਭ ਕੁਛ ਕੀਤਾ ਗਿਆ, ਉਸ ਵੇਲੇ ਚਰਨਜੀਤ ਸਿੰਘ ਚੰਨੀ News 18 ਨੂੰ ਲਾਈਵ ਇੰਟਰਵਿਊ ਦੇ ਰਹੇ ਸੀ, ਬਿਨਾਂ ਮਾਸਕ ਪਾਏ, ਬਿਲਕੁਲ ਇੱਕ ਪੱਤਰਕਾਰ ਦੇ ਸਾਹਮਣੇ ਲਾਈਵ ਇੰਟਰਵਿਊ ਦੇ ਰਹੇ ਸੀਗੇ। ਸੋ ਉਹ ਆਈਸੋਲੇਸ਼ਨ ਦੇ ਵਿੱਚ ਨਹੀਂ ਸੀ, ਇਹ ਸਥਾਪਿਤ ਹੋ ਚੁੱਕਾ ਆ। ਸੋ ਇੱਕ ਗੱਲ ਤਾਂ ਇਹ ਹੈਗੀ ਆ ਕਿ ਦੂਜੀ ਗੱਲ, CM ਹਮੇਸ਼ਾ ਜਦੋਂ ਪ੍ਰਾਈਮ ਮਿਨਿਸਟਰ ਆਉਂਦੇ, ਸਿਕਿਉਰਿਟੀ ਦੀ ਗੱਲ ਹੁੰਦੀ ਹੈ, ਉਹ ਫੋਨ ਤੇ ਅਵੇਲੇਬਲ ਹੁੰਦੇ। ਇਹ ਵੀ ਮੰਨਿਆ ਜਾ ਰਿਹਾ ਫੋਨ ਉਹਨਾਂ ਨੂੰ ਕੀਤੇ ਗਏ, ਉਹਨਾਂ ਨੇ ਫੋਨ ਆਨਸਰ ਨਹੀਂ ਕੀਤਾ। ਸੋ ਉਹ ਤਾਂ ਦੇਖੋ ਜਦੋਂ ਤਹਿਕੀਕਾਤ ਹੋਏਗੀ ਉਸ ਤੋਂ ਬਾਅਦ ਪਤਾ ਲੱਗੇਗਾ। ਹੁਣ ਇਹ ਡਿਬੇਟ ਚੱਲ ਰਿਹਾ ਹੈ ਕਿ ਜੀ ਰੂਟ ਇਹਨਾਂ ਨੇ ਅਖੀਰ 'ਚ ਬਦਲਿਆ, ਪਰ ਮੌਸਮ ਜਦੋਂ ਬਦਲਿਆ ਉਹ ਖਰਾਬ ਹੁੰਦਾ ਆ, ਕੋਈ ਵੀ ਕਾਰਨ ਹੋਵੇ, ਮੈਂ ਜਿਵੇਂ ਕਿਹਾ ਕੰਟੀਨਜੈਂਸੀ ਪਲਾਨ ਹੁੰਦੇ ਆ। ਇੱਕ ਰੂਟ ਨਹੀਂ, 2-3 ਰੂਟ ਜਿਹੜੇ ਹੁੰਦੇ ਪਹਿਲਾਂ ਹੀ ਲੀਕੇ ਹੁੰਦੇ ਆ। ਤੁਹਾਨੂੰ ਹਰਜਿੰਦਰ ਜੀ, ਕਿਸੇ ਨੂੰ ਵੀ ਪੰਜਾਬ 'ਚ ਮੇਰਾ ਕੋਈ ਭੈਣ ਭਰਾ ਗਿਆ ਹੋਵੇ, ਸਾਰਿਆਂ ਦਾ ਐਕਸਪੀਰੀਅੰਸ ਹੋਏਗਾ। ਇਹ ਤਾਂ ਖੈਰ ਪ੍ਰਾਈਮ ਮਿਨਿਸਟਰ ਨੇ ਹੋਣਾ ਸੀਗਾ, ਜੇ ਮੁੱਖ ਮੰਤਰੀ ਨੇ ਵੀ ਜਾਣਾ ਹੋਵੇ ਤਾਂ ਥਾਂ ਥਾਂ ਤੇ ਪੁਲਿਸ ਕਰਮੀ ਖੜੇ ਹੁੰਦੇ ਉਸ ਰੂਟ ਤੇ। ਤੁਹਾਨੂੰ ਯਾਦ ਹੋਣਾ ਪੰਜਾਬ ਪੁਲਿਸ ਦੇ ਜਵਾਨ ਖੜੇ ਹੁੰਦੇ ਆ ਜੀ, ਤੇ ਉਹ ਰੂਟ 2-3 ਵੱਖਰੇ ਹੁੰਦੇ, ਕਈ ਵਾਰੀ ਤਾਂ ਰੂਟ ਵਰਤਿਆ ਵੀ ਜਾਂਦਾ ਪਰ ਤਾਂ ਵੀ ਖੜੇ ਹੁੰਦੇ ਆ। ਸੋ ਇਹ ਪ੍ਰੋਟੋਕਾਲ ਦੇ ਹਿਸਾਬ ਨਾਲ ਇਹ ਬਣਦਾ ਕਿ ਜਦੋਂ ਪ੍ਰਾਈਮ ਮਿਨਿਸਟਰ ਨੇ ਜਾਣਾ ਆ, ਦੇਖੋ ਮੈਂ ਪਹਿਲਾਂ ਕਹਿ ਦੇਵਾਂ ਕਿ ਮੈਂ ਪ੍ਰਾਈਮ ਮਿਨਿਸਟਰ ਦਾ ਸਪੋਰਟਰ ਆ, ਵਿਰੋਧੀ ਆ, ਉਹ ਹੁਣ ਵੱਖਰੀ ਗੱਲ ਆ। ਹੋ ਸਕਦਾ ਮੈਂ ਟੈਕਨੀਕੈਲਿਟੀਜ਼ ਦੀ ਗੱਲ ਕਰ ਰਹੇ ਹਾਂ, ਪ੍ਰੋਟੋਕਾਲਸ ਦੀ ਗੱਲ ਕਰ ਰਹੇ ਹਾਂ। ਇਸ ਦੇ ਨਾਲ ਇਹ ਨਾ ਕੋਈ ਸਮਝ ਲਵੇ ਕਿ ਮੈਂ ਪ੍ਰਾਈਮ ਮਿਨਿਸਟਰ ਦੀ ਸਪੋਰਟ ਕਰਨ ਆਇਆ ਆ, ਮੈਂ ਸਿਰਫ ਟੈਕਨੀਕਲ ਗੱਲਾਂ ਕਰ ਰਿਹਾ ਮੈਂ ਇਸ ਵੇਲੇ। ਤੇ ਉਹ ਮੈਂ ਸੁਬਾਹ ਦਾ ਕਾਫੀ ਗੱਲ ਕੀਤੀ, ਮੈਂ ਕੁਛ ਇੱਕ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਭਾਰਤ ਵਿੱਚ ਰਹੇ ਆ, DGP ਰੈਂਕ ਤੱਕ ਵੀ ਰਹੇ, ਉਹਨਾਂ ਨਾਲ ਵੀ ਗੱਲ ਕੀਤੀ ਆ। ਸੀਨੀਅਰ ਹੋਮ ਮਿਨਿਸਟਰੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਰਹੇ, ਉਹਨਾਂ ਮੇਰੇ ਕਈਆਂ ਨਾਲ ਗੱਲ ਹੋਈ ਹੈ ਇਸ ਇਸ਼ੂ ਤੇ। ਮੈਂ ਉਹ ਤੋਂ ਜਿੰਨੀ ਕੁ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਆਪਣੇ ਸਰੋਤਿਆਂ ਨਾਲ ਸਾਂਝੀ ਕਰ ਰਿਹਾ ਉਸ ਹਿਸਾਬ ਦੇ ਨਾਲ।
ਤੇ ਕਿਉਂਕਿ ਇਹ ਜ਼ਹਿਨ ਦੇ ਵਿੱਚ ਮੇਰੇ ਵੀ ਨਹੀਂ ਸੀਗਾ, ਕਿਉਂਕਿ ਜਦੋਂ ਮੈਨੂੰ ਕਿਸੇ ਨੇ ਅੱਜ ਉੱਥੇ ਪੁਲਿਸ ਅਫੀਸ਼ੀਅਲ ਨਹੀਂ ਮੇਰੇ ਮਨ 'ਚ ਲਿਆਂਦੀ, ਰਿਟਾਇਰਡ ਸੀਨੀਅਰ ਪੁਲਿਸ ਅਫੀਸ਼ੀਅਲ ਨੇ, ਕਿ CM ਸਾਹਿਬ ਜੇ ਕਹਿੰਦੇ ਉਹ ਕੋਵਿਡ ਦੇ ਫਿਰ ਆਈਸੋਲੇਸ਼ਨ ਵਿੱਚ ਕਿਉਂ ਨਹੀਂ ਸੀਗੇ, ਉਹ ਇੰਟਰਵਿਊ ਕਿਉਂ ਦੇ ਰਿਹਾ ਸੀ ਉਸ ਵੇਲੇ। ਸੋ ਇਹ ਗੱਲਾਂ ਜਿਹੜੀਆਂ ਬਿਲਕੁਲ ਟੈਕਨੀਕਲ ਗੱਲਾਂ ਜੋ ਸਹੀ ਆ। ਫਿਰ ਹੁਣ ਗਾਂ ਆਪਾਂ ਗੱਲ ਕਰਦੇ ਹਾਂ ਕਿ ਉਸ ਵੇਲੇ ਕੀ ਹੋਣਾ ਚਾਹੀਦਾ ਜਦੋਂ ਕੰਟੀਨਜੈਂਸੀ ਪਲਾਨ ਹੁੰਦਾ ਹੈ। ਜਿੱਦਾਂ ਹੁਣ ਕੈਨੇਡਾ ਦੇ ਵਿੱਚ ਵੀ ਇਹੀ ਆ, ਅਮਰੀਕਾ 'ਚ ਵੀ ਇਹੀ ਹੈ, ਜਦੋਂ ਵੀ ਕਿ ਦੇਸ਼ ਦਾ ਜੋ ਹੈਡ ਆਫ ਗਵਰਨਮੈਂਟ ਜਾਂਦਾ ਆ ਉਹ ਕੰਟੀਨਜੈਂਸੀ ਪਲਾਨ ਹੁੰਦਾ ਆ ਕਿ ਇਸ ਰੂਟ ਨਾਲ ਨਹੀਂ ਤਾਂ ਉਸ ਦੂਜੇ ਥਾਂ ਹੀ ਜਾਣਾ ਆ। ਤੇ ਉਹਦੇ ਵਿੱਚ ਹੁਣ ਜਦੋਂ ਇਹ ਗਏ ਆ ਉਹਦੇ ਵਿੱਚ ਨਾਲ ਇਹ ਵੀ ਆ ਐਡਵਾਂਸ ਵਿੱਚ ਟੀਮਾਂ ਜਾਂਦੀਆਂ ਆ, ਉਹਨਾਂ ਨੂੰ ਦੱਸਿਆ ਜਾਂਦਾ ਕਿ ਰੂਟ ਖਾਲੀ ਆ। ਹੁਣ ਗੱਲ ਇਹ ਆ ਕਿ ਜਿਹੜੇ SPG ਆ, SPG ਦੀ ਜ਼ਿੰਮੇਵਾਰੀ ਹੈਗੀ ਆ ਜਿਹੜੀ ਇਨਰ ਸਿਕਿਉਰਿਟੀ। ਇਨਰ ਮਤਲਬ ਇਹ ਆ ਕਿ ਜਿਹੜੀ ਆਲੇ ਦੁਆਲੇ ਪ੍ਰਾਈਮ ਮਿਨਿਸਟਰ ਦੇ ਸਿਕਿਉਰਿਟੀ ਦਾ ਜਾਲ ਆ। ਈਵਨ ਜਦੋਂ ਉਹਨਾਂ ਨੇ ਸਟੇਜ ਤੇ ਚੜ੍ਹ ਜਾਣਾ ਹੁੰਦਾ ਹੈ ਤੇ ਸਟੇਜ ਤੇ ਵੀ ਸਿਰਫ ਤੇ ਸਿਰਫ SPG ਦੇ ਜਵਾਨ ਹੁੰਦੇ ਆ, ਉੱਥੇ ਲੋਕਲ ਪੁਲਿਸ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਂਦਾ। ਸੋ ਪ੍ਰਾਈਮ ਮਿਨਿਸਟਰ ਦੇ ਇਰਦ ਗਿਰਦ ਜਿਵੇਂ ਤੁਸੀਂ ਫੋਟੋਆਂ ਦੇ ਵੀਡੀਓਜ਼ ਦੇਖਿਆ ਹੋਣਾ, ਜਿਹੜੇ ਪ੍ਰਾਈਮ ਮਿਨਿਸਟਰ ਦੀ ਕਾਰ ਦੇ ਆਲੇ ਦੁਆਲੇ ਕਾਲੇ ਸੂਟਸ ਦੇ ਵਿੱਚ ਜਵਾਨ ਖੜੇ ਨੇ ਉਹ SPG ਦੇ ਨੇ, ਜਦੋਂ ਉਹਨਾਂ ਦੀ ਕਾਫਲਾ ਰੋਕਿਆ ਵੀ ਗਿਆ ਸੀਗਾ। ਸੋ ਉਹ SPG ਦੀ ਜ਼ਿੰਮੇਵਾਰੀ ਆ। ਤੇ ਜਿਹੜੀ ਲੋਕਲ ਕਹਿੰਦੇ ਹੁੰਦੇ ਸਟੇਟ ਦੀ ਜ਼ਿੰਮੇਵਾਰੀ ਹੈਗੀ ਆ ਲੋਕਲ ਲੈਵਲ ਤੇ ਹਰ ਤਰ੍ਹਾਂ ਦੀ ਲੌਜਿਸਟਿਕਸ ਪ੍ਰੋਵਾਈਡ ਕਰਨਾ, ਹਰ ਤਰ੍ਹਾਂ ਦਾ ਰੂਟ ਕਲੀਅਰੈਂਸ ਦੇਣਾ, ਰੂਟ ਪ੍ਰੋਵਾਈਡ ਕਰਨਾ ਤੇ ਮੇਕ ਸ਼ੋਰ ਕਰਨਾ ਰੂਟ ਜਿਹੜਾ ਸੈਨੀਟਾਈਜ਼ਡ ਆ। ਉਹ ਲੋਕਲ ਪੁਲਿਸ ਦਾ ਕਹਿੰਦੇ ਹੁੰਦੇ ਜ਼ਿੰਮੇਵਾਰੀ ਆ। ਸੋ ਉੱਥੇ ਉਹ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਸੀਗੀ। ਤੇ ਉਹ ਕਹਿ ਰਹੇ ਨੇ ਜਿਹੜੀ ਖਬਰ ਆ ਰਹੀ ਆ ਕਿ SPG ਨੇ DG ਤੋਂ ਕਲੀਅਰੈਂਸ ਲਈ ਆ। ਪੰਜਾਬ ਸਰਕਾਰ ਵੀ ਕਹਿੰਦੀ ਤਹਿਕੀਕਾਤ ਕਰਾਂਗੇ। ਹੋਮ ਮਿਨਿਸਟਰੀ ਭਾਰਤ ਨੇ ਡਿਟੇਲ ਰਿਪੋਰਟ ਮੰਗ ਲਈ ਹੈ 24 ਘੰਟਿਆਂ 'ਚ। ਕੱਲ੍ਹ ਤੱਕ ਜੋ ਆਪਾਂ ਪ੍ਰੋਗਰਾਮ ਆਉਣਾ ਉਹ ਵੀ ਡਿਸਕਸ ਹੋ ਸਕਦਾ ਹੈ, ਕਿਉਂਕਿ ਇਹ ਜਵਾਬ ਜਾਂ ਤਾਂ ਲੀਕੇਜ DG ਦੇ ਆਫਿਸ ਤੋਂ ਹੋਈ ਆ ਜਾਂ ਫਿਰ ਕਿਸੇ SPG ਵਾਲੇ ਨੇ ਕੀਤੀ ਆ। ਇਹ ਫੇਲੀਅਰ ਇਸ ਵੇਲੇ ਅਗਰ ਤੁਸੀਂ ਮੈਨੂੰ ਪੁੱਛੋ ਪੰਜਾਬ ਪੁਲਿਸ ਦਾ ਤੇ IB ਕਲੈਕਟਿਵਲੀ ਮੈਂ ਮੰਨਦਾ ਵਾਂ, ਕਿਉਂਕਿ ਇੰਟੈਲੀਜੈਂਸ ਬਿਊਰੋ ਦੀ ਜ਼ਿੰਮੇਵਾਰੀ ਆ ਕਿ ਉਹ ਇੰਟੈਲੀਜੈਂਸ ਗੈਦਰ ਕਰੇ ਕਿ ਕਿਤੇ ਕੋਈ ਪ੍ਰੋਟੈਸਟ ਹੋਣ ਦਾ ਡਰ ਹੈਗਾ ਆ, ਤੇ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਆ ਰੂਟ ਕਲੀਅਰ ਹੋਵੇ। ਤੇ ਜਿਹੜੀ ਗੱਲ ਲੀਕ ਹੋਈ ਆ, ਕਿਉਂਕਿ ਜੇ ਰੂਟ ਡਿਟੇਲ ਨਾਲ ਬਣਾਏ ਜਾਂਦੇ ਆ, ਉਹ 'ਚ ਜਿਹੜੀ ਪਹਿਲਾਂ ਰਾਤ ਨੂੰ ਵੀ ਇੱਕ ਮੀਟਿੰਗ ਹੁੰਦੀ ਆ, ਉਹ 'ਚ ਜਿਹੜੇ ਇੰਟੈਲੀਜੈਂਸ ਦੇ ਵੀ ਬੰਦੇ ਹੁੰਦੇ ਆ, SPG ਦੇ ਵੀ ਹੁੰਦੇ ਆ, ਉਹਦੇ ਵਿੱਚ ਜ਼ਿਲ੍ਹੇ ਦਾ ਡਿਸਟ੍ਰਿਕਟ ਮੈਜਿਸਟਰੇਟ ਤੇ SSP ਵੀ ਸ਼ਾਮਿਲ ਹੁੰਦੇ ਆ। ਸੋ ਇਹ ਐਡਮਿਨਿਸਟ੍ਰੇਟਿਵ ਫੇਲੀਅਰ ਤਾਂ ਹਰਜਿੰਦਰ ਜੀ ਬਿਲਕੁਲ ਹੈਗਾ ਆ, ਅਸੀਂ ਇਹਨੂੰ ਨਕਾਰ ਨਹੀਂ ਸਕਦੇ। ਤੇ ਇਹ ਕਹਿ ਦੇਣਾ ਕਿ ਤਾਂ ਕੀ ਹੋ ਗਿਆ ਜੀ 20 ਮਿੰਟ ਹੀ ਰਸ਼ ਖੜਿਆ ਸੀ, ਇਹ ਅਨਪ੍ਰੈਜ਼ੀਡੈਂਟਡ ਆ। ਦੇਸ਼ਾਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ 20 ਮਿੰਟ ਫਲਾਈ ਓਵਰਾਂ ਤੇ ਸਟਕ ਨਹੀਂ ਕੀਤੇ ਜਾਂਦੇ, ਨਾ ਹੁੰਦੇ ਆ। ਇਹ ਕਿਸੇ ਦੇਸ਼ 'ਚ ਵੀ ਹੋਵੇ, ਅਮਰੀਕਾ 'ਚ ਵੀ ਹੁੰਦਾ, ਉੱਥੇ ਵੀ ਹਾਹਾਕਾਰ ਹੋਈ ਹੋਣੀ ਸੀ, ਕੈਨੇਡਾ 'ਚ ਵੀ ਹੋਇਆ ਹੁੰਦਾ, ਇੱਥੇ ਵੀ ਹਾਹਾਕਾਰ ਹੋਣੀ ਸੀ। ਸੋ ਇਹ ਕਹਿੰਦੇ ਜੋ ਹੋਇਆ ਮੈਂ ਮੰਨਦਾ ਆ ਸਿਕਿਉਰਿਟੀ ਬ੍ਰੀਚ ਹੋਇਆ ਆ, ਐਡਮਿਨਿਸਟ੍ਰੇਟਿਵ ਫੇਲੀਅਰ ਆ। ਤਹਿਕੀਕਾਤ ਹੋਣ ਤੱਕ ਆਪਾਂ ਕਿਸੇ ਤੇ ਇੰਡੀਵਿਜੂਅਲੀ ਉਂਗਲ ਨਹੀਂ ਕਰ ਸਕਦੇ। ਇੱਕ ਸਕੇਪਗੋਟ ਬਣਾ ਦਿੱਤਾ ਗਿਆ SSP ਫਿਰੋਜ਼ਪੁਰ ਨੂੰ ਪਹਿਲਾਂ ਹੀ। ਗਾਂ ਕੱਲ ਨੂੰ ਕੀ DG ਜ਼ਿੰਮੇਵਾਰ ਆ, ਕੀ SPG ਦਾ ਕੋਈ ਜ਼ਿੰਮੇਵਾਰ ਆ, ਜਾਂ ਕਹਿੰਦੇ ਕਿਹਨੇ ਇਸ ਗੱਲ ਨੂੰ ਲੀਕ ਕੀਤਾ, ਇਹ ਕੀ ਗੱਲ ਆ, ਇਹ ਸਾਹਮਣੇ ਆਉਣੀ ਚਾਹੀਦੀ ਆ। ਗੱਲ ਇਹ ਨਹੀਂ ਹੁੰਦਾ ਕਿ ਉਹਨਾਂ ਤੇ ਕੁਛ ਹੋਇਆ ਉਹਨਾਂ ਨੂੰ, ਗੱਲ ਇਹ ਨਹੀਂ ਹੈਗੀ ਕਿ ਕਹਿੰਦੇ ਹੁੰਦੇ ਜੀ ਉੱਥੇ ਪ੍ਰੋਟੈਸਟ ਪੀਸਫੁਲੀ ਹੋਣਾ ਸੀ। ਗੱਲ ਹੁੰਦੀ ਆ ਕਿ ਜਦੋਂ ਇਹੋ ਜਿਹਾ ਬਲੌਕ ਜੋ ਪ੍ਰੋਟੋਕੋਲਸ ਨੇ ਉਹਨਾਂ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਇਹ ਨਹੀਂ ਹੋ ਸਕਣਾ, ਇਹ ਨਹੀਂ ਹੁੰਦਾ, ਕਿਤੇ ਵੀ ਨਹੀਂ ਹੁੰਦਾ। ਤੇ ਇਸ ਲਈ ਇਹ ਤੇ ਤਹਿਕੀਕਾਤ ਹੋਣੀ ਬੜੀ ਜ਼ਰੂਰੀ ਆ, ਇਨਵੈਸਟੀਗੇਸ਼ਨ ਹੋਣੀ ਜ਼ਰੂਰੀ ਆ। ਕੱਲ ਨੂੰ 24 ਘੰਟੇ ਦੀ ਰਿਪੋਰਟ ਆ ਜਾਣੀ ਆ, ਉਹ ਪਤਾ ਲੱਗ ਜਾਏਗਾ ਸਹੀ ਕੌਣ ਆ ਤੇ ਗਲਤ ਕੌਣ, ਤੇ ਲੀਕ ਕਿਹਨੇ ਕੀਤੀ। ਸਮਾਂ ਇਹ ਕੁਛ ਇੱਕ ਜਿਹੜੀ ਲੋਕਾਂ 'ਚ ਆ ਜਾਏਗੀ ਜੀ। ਆਪਾਂ ਇਹਦੇ ਬਾਰੇ 'ਚ ਥੋੜੀ ਜਿਹੀ ਹੋਰ ਗੱਲ ਕਰਦੇ ਹਾਂ। ਸਟੇਸ਼ਨ ਦੇ ਮੈਸੇਜ ਸਾਂਝੇ ਕਰਨ ਤੋਂ ਬਾਅਦ ਦੋਸਤੋ ਬਾਕੀ ਦੀ ਸਾਰੀ ਜਿਹੜੀ ਗੱਲਬਾਤ ਹੁਣ ਇਹ ਤਾਂ ਹੋ ਗਈ ਟੈਕਨੀਕੈਲਿਟੀਜ਼, ਪਰ ਹੁਣ ਪ੍ਰੈਕਟੀਕਲੀ ਤੇ ਨਾਲ ਦੀ ਨਾਲ ਜਿਹੜਾ ਪੋਲੀਟੀਕਲੀ ਇਹਦਾ ਕਿਸ ਤਰੀਕੇ ਦਾ ਜਿਹੜਾ ਪ੍ਰਭਾਵ ਆ ਰਿਹਾ ਉਹਦੀ ਗੱਲ ਕਰਦੇ ਹਾਂ ਸਟੇਸ਼ਨ ਦੇ ਮੈਸੇਜਸ ਤੋਂ ਬਾਅਦ। You're listening to CIRF 1350 AM Brampton, Radio Humsafar. इश्तिहार है तब व्यापार है। अपना बिजनेस प्रमोट करने लिए संपर्क करो 647 400 68 647 400 6862 जी मीडिया ग्रुप। ਬੋਬੀ ਜੀ ਇੱਕ ਵਾਰੀ ਫਿਰ ਸਵਾਗਤ। ਸ਼ੁਕਰੀਆ ਜੀ। ਬਾਬੂ ਜੀ ਆਪਾਂ ਹੁਣ ਜਿਹੜੀਆਂ ਟੈਕਨੀਕੈਲਿਟੀਜ਼ ਦੀ ਗੱਲ ਕੀਤੀ ਸੀ, ਜੋ ਬ੍ਰੀਚ ਦੀ ਗੱਲ ਕੀਤੀ ਹੈ, ਜੋ ਪ੍ਰੋਟੋਕੋਲ ਦੇ ਅਕੋਰਡਿੰਗਲੀ ਜਿਸ ਤਰ੍ਹਾਂ ਹੋਇਆ, ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਗੱਲ ਕਰਦੇ ਹਾਂ ਉਸ ਅਹੁਦੇ ਦੇ ਹਿਸਾਬ ਦੇ ਨਾਲ ਜੋ ਸਿਸਟਮ ਜਾਂ ਸੈਟਅਪ ਹੁੰਦਾ
ਉਹਦੀ ਰੁਕਾਵਟ ਆਉਣ ਦੇ ਕਾਰਨ। ਅਸੀਂ ਬੀਜੇਪੀ ਦੇ ਲੀਡਰ ਦੀ ਗੱਲ ਨਹੀਂ ਕਰ ਰਹੇ, ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਗੱਲ ਕਰ ਰਹੇ ਹਾਂ। ਯੈਸ, ਸੋ ਉਹਦੇ ਅਕੋਰਡਿੰਗਲੀ ਹੁਣ ਆਪਾਂ ਜਿਹੜੀ ਪਹਿਲੀ ਗੱਲ ਕਵਰ ਕੀਤੀ ਸੀ, ਤਾਂ ਹੁਣ ਸਰ ਆ ਜਾਂਦੇ ਆਪਾਂ ਸਿਆਸੀ ਤੌਰ ਦੇ ਉੱਤੇ ਇਹਨੂੰ ਕਿੱਦਾਂ ਦੇਖਿਆ ਜਾ ਰਿਹਾ। ਚਲੋ ਓਵਰਆਲ ਜਦੋਂ ਅਸੀਂ ਹੁਣ ਦੇਖਦੇ ਹਾਂ ਤਾਂ ਮੈਂ ਨੋਟਿਸ ਕਰ ਰਿਹਾ ਸੀ ਕਿ ਵੱਖ-ਵੱਖ ਜਿਹੜੇ ਮੇਨ ਸਟ੍ਰੀਮ ਚੈਨਲਸ ਨੇ ਉਹਦੇ ਉੱਤੇ ਬੀਜੇਪੀ ਦੇ ਬੁਲਾਰੇ ਜਿਹੜੇ ਨੇ ਉਹ ਬਹੁਤ ਵੱਡੀ ਸਿੰਪਥੀ ਲੈਣ ਦੀ ਟੋਨ ਦੇ ਵਿੱਚ ਜਾਂ ਉਸ ਅਪਰੋਚ ਦੇ ਨਾਲ ਗੱਲਬਾਤ ਕਰ ਰਿਹਾ। ਤੁਹਾਨੂੰ ਕੀ ਲੱਗ ਰਿਹਾ, ਕੀ ਪਲੈਨਿੰਗ ਕਿੱਦਾਂ ਦੀ ਲੱਗਦੀ ਹੈ ਹੁਣ ਇਹਦੇ ਬਾਰੇ 'ਚ? ਦੇਖੋ ਹਰਜਿੰਦਰ ਜੀ, ਡੈਫੀਨਿਟਲੀ ਪੋਲਰਾਈਜੇਸ਼ਨ ਵਧੇਗੀ। ਆਲਰੇਡੀ ਪੰਜਾਬ ਦੀ ਇਲੈਕਸ਼ਨ ਬੜੀ ਪੋਲਰਾਈਜ਼ਡ ਇਲੈਕਸ਼ਨ ਹੋਣੀ ਹੈ, ਆਪਾਂ ਦੇਖ ਰਹੇ ਹਾਂ ਉਸ ਗੱਲ ਨੂੰ। ਮੈਂ ਫਿਰ ਕਹਾਂਗਾ ਕਿ ਪੰਜਾਬ ਦਾ ਹਿੰਦੂ ਵਰਗ ਜਿਹੜਾ ਹੈਗਾ ਆ, ਜਿਹੜਾ ਇਸ ਚੁੱਪ ਬੈਠਾ ਆ, ਸਾਇਲੈਂਟ ਆ। ਨਾ ਤਾਂ ਮੈਂ ਉਹਦੀ ਸੋਸ਼ਲ ਮੀਡੀਆ 'ਚ ਬੜੀਆਂ ਗੱਲਾਂ ਦੇਖ ਰਿਹਾ ਵਾਂ, ਨਾ ਮੈਂ ਕਈ ਵਾਰੀ ਮੈਨੂੰ ਅਫਸੋਸ ਹੁੰਦਾ ਕਿ ਉਹ ਕਮੈਂਟ ਪਾ ਦੇਣ ਤੇ ਸਾਡੇ ਕਈ ਵੀਰ ਬਹੁਤ ਜਲਦੀ ਤੱਤੇ ਹੋ ਕੇ ਉਹਨਾਂ ਨੂੰ ਸ਼ਬਦਾਵਲੀ ਵੀ ਗਲਤ ਬੋਲ ਦਿੰਦੇ, ਪਰ ਜਿਹੜੀ ਨਹੀਂ ਕਰਨੀ ਚਾਹੀਦੀ ਖੈਰ ਕਿਸੇ ਧਿਰ ਨੂੰ ਵੀ। ਤੇ ਉਹ ਚੁੱਪ ਬੈਠੇ ਨੇ, ਉਹਨਾਂ ਦੀ ਹਲੇ ਕੋਈ ਰਿਐਕਸ਼ਨ ਨਹੀਂ। ਪੰਜਾਬ ਦਾ ਜੋ ਹਿੰਦੂ ਵਰਗ ਆ, ਉਹ ਇੱਕ ਚੁੱਪ ਵਰਗ ਸਾਇਲੈਂਟਲੀ ਆਪਣੇ ਜੋ ਵਾਚ ਕਰ ਰਿਹਾ ਆ, ਉਹ ਆਪਣੇ ਕਾਰਡਸ ਇਸ ਵੇਲੇ ਖੋਲ ਨਹੀਂ ਰਿਹਾ। ਤੇ ਅੱਜ ਦੇ ਇਨਸੀਡੈਂਟ ਤੋਂ ਬਾਅਦ ਉਹਨਾਂ ਤੇ ਕਿੰਨਾ ਕੁ ਪ੍ਰਭਾਵ ਪਏਗਾ, ਕਿਸ ਤਰ੍ਹਾਂ ਰਾਜਨੀਤੀ ਹੁੰਦੀ ਆ, ਕਿਸ ਤਰ੍ਹਾਂ ਪ੍ਰਚਾਰਿਆ ਜਾਂਦਾ ਆ, ਕਿਸ ਤਰ੍ਹਾਂ ਡਰ ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ, ਇਹ ਦੇਖਣ ਵਾਲਾ ਹੋਏਗਾ। ਸੋ ਮੈਂ ਇਹ ਨਹੀਂ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਰਾਤੋਂ ਰਾਤ ਇੱਕ ਸਿਗਨੀਫਿਕੈਂਟਲੀ ਬਹੁਤ ਵੱਡੀ ਵੋਟ ਬੈਂਕ ਨਾਲ ਜੁੜ ਜਾਣੀ ਆ, ਪਰ ਅਸੀਂ ਇਸ ਗੱਲ ਤੋਂ ਕਦੀ ਇਨਕਾਰ ਨਹੀਂ ਕਰ ਸਕਦੇ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਪੋਲਰਾਈਜੇਸ਼ਨ ਦੀ ਰਾਜਨੀਤੀ ਆ, ਉਹ ਬੜੀ ਚੰਗੀ ਤਰ੍ਹਾਂ ਉਹਦੀ ਸਮਝ ਹੈਗੀ ਆ ਕਿ ਕਿਸ ਤਰ੍ਹਾਂ ਆਪਣਾ ਏਜੰਡਾ ਆਪਣੇ ਵਰਗ ਦੇ ਵਿੱਚ, ਆਪਣੀ ਵੋਟ ਬੈਂਕ 'ਚ ਕਿਵੇਂ ਉਹਨੂੰ ਪ੍ਰਚਾਰਨਾ ਤੇ ਕਿਵੇਂ ਲਾਹਾ ਲੈਣਾ ਆ। ਹਾਂਜੀ, ਸੋ ਉਹ ਗੱਲ ਨੂੰ ਰੂਲ ਆਊਟ ਨਹੀਂ ਕਰ ਸਕਦੇ। ਬਾਕੀ ਬਹੁਤ ਲੋਕ ਕਹਿੰਦੇ ਰਾਸ਼ਟਰਪਤੀ ਰਾਜ, ਮੈਨੂੰ ਇਸ ਵੇਲੇ ਰਾਸ਼ਟਰਪਤੀ ਰਾਜ ਵਾਲੀ ਗੱਲ ਮਨ ਨੂੰ ਨਹੀਂ ਪਾਉਂਦੀ। ਉਹ ਥੋੜਾ ਟੂ ਮੱਚ ਹੋ ਜਾਏਗਾ। ਹਾਂਜੀ, ਇੱਕ ਇਨਸੀਡੈਂਟ ਦੇ ਨਾਲ ਰਾਸ਼ਟਰਪਤੀ ਰਾਜ ਲੱਗ ਜਾਏਗਾ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਖੈਰ ਅਪੀਲ ਕੀਤੀ ਹੈ ਕਿ ਰਾਸ਼ਟਰਪਤੀ, ਪਰ ਉਹਨਾਂ ਨੇ ਤਾਂ ਅੱਜ ਤੋਂ ਬਹੁਤ ਸਮਾਂ ਪਹਿਲਾਂ ਦੀ ਕਰੀ ਜਾਂਦੇ ਹੋ, ਤੇ ਜਿਸ ਦਿਨ ਉਹਨਾਂ ਨੂੰ ਅਹੁਦੇ ਤੋਂ ਲਾਇਆ ਸੀ ਉਸੇ ਦਿਨ ਹੀ ਰਾਸ਼ਟਰਪਤੀ ਰਾਜ ਮੰਗਦੇ ਸੀ। ਜੀ, ਹੁਣ ਮੈਨੂੰ ਲੱਗਦਾ ਨਹੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਨਰਿੰਦਰ ਮੋਦੀ ਸਰਕਾਰ ਇਹ ਕੰਮ ਕਰੇਗੀ। ਰਾਸ਼ਟਰਪਤੀ ਰਾਜ ਵਾਲਾ ਕੰਮ ਤਾਂ ਮੈਨੂੰ ਮੁਸ਼ਕਿਲ ਲੱਗਦਾ ਆ, ਕਿਉਂਕਿ ਕੋਡ ਤਾਂ ਅਗਲੇ ਕੁਝ ਦਿਨਾਂ 'ਚ ਹੀ ਲੱਗ ਜਾਣਾ ਵਾ। ਹਾਂਜੀ, ਤੇ ਆਪਣੇ ਸਾਡੇ ਕੋਈ ਸਰੋਤੇ ਵੀ ਹੋਣਗੇ, ਆਪਣੇ ਕੋਈ ਵਿਚਾਰ ਦੇਣੇ ਚਾਹੁੰਦੇ ਹੋਣ ਜਾਂ ਸਵਾਲ ਹੋਵੇ ਜਾਂ ਕੋਈ ਆਪਣੀ ਪ੍ਰਤੀਕਿਰਿਆ ਛੋਟੀ ਰੱਖਦੇ ਹੋਏ, ਤਾਂ ਜ਼ਰੂਰ ਦੋਸਤੋ ਆਪਾਂ ਕੁਝ ਮਿੰਟ ਦੇ ਲਈ ਤੁਹਾਡੀਆਂ ਕਾਲਸ ਵੀ ਔਨ 에ਅਰ ਕਰ ਲੈਂਦੇ ਹਾਂ। ਆਪਾਂ ਬੌਬੀ ਹੋਰਾਂ ਦੇ ਵਿਚਾਰ ਵੀ ਸੁਣ ਲਾਂਗੇ ਤੇ ਤੁਹਾਡੇ ਵੀ ਕੀ ਸੋਚਦੇ ਹੋ। ਮੈਂ ਹਰਜਿੰਦਰ ਜੀ, ਪਰ ਇੱਕ ਗੱਲ ਹੋਰ ਐਡ ਕਰਨੀ ਹੈ ਕੁਇਕਲੀ, ਰਾਜਨੀਤੀ ਦੀ ਆਪਾਂ ਗੱਲ ਜਦੋਂ ਕਰ ਰਹੇ ਹਾਂ। ਹਾਂਜੀ, ਮੈਂ ਇਸ ਵਾਰੀ ਆਮ ਆਦਮੀ ਪਾਰਟੀ 'ਚ ਇੱਕ ਤਬਦੀਲੀ ਦੇਖ ਰਿਹਾ ਵਾਂ। ਓਕੇ, ਪਿਛਲੀ ਵਾਰ ਨਾਲੋਂ ਉਹਨਾਂ ਦੇ ਵਿੱਚ ਉਹਨਾਂ ਦੀ ਸਟ੍ਰੈਟਜੀ 'ਚ ਇਹ ਵੀ ਆ ਕਿ ਉਹਨਾਂ ਨੇ ਸ਼ਹਿਰੀ ਵੋਟ ਕਿਵੇਂ ਜੋੜਨੀ ਹੈ, ਜਿਹੜੀ ਪਿਛਲੀ ਵਾਰੀ ਉਹਨਾਂ ਨੇ ਬਿਲਕੁਲ ਕੋਸ਼ਿਸ਼ ਨਹੀਂ ਸੀ ਕੀਤੀ। ਇਸ ਵੇਲੇ ਤਿਰੰਗਾ ਯਾਤਰਾਵਾਂ ਕੱਢੀਆਂ ਆ, ਹੋਰ ਯਾਤਰਾਵਾਂ ਕੱਢੀਆਂ ਆ। ਅੱਜ ਵੀ ਅਰਵਿੰਦ ਕੇਜਰੀਵਾਲ ਹੋਣ, ਰਾਘਵ ਚੱਡਾ ਹੋਵੇ, ਭਗਵੰਤ ਮਾਨ ਹੋਣ, ਉਹਨਾਂ ਦੇ ਟਵੀਟ ਜਿਹੜੇ ਆ, ਉਹਨਾਂ ਨੇ ਇਹ ਸਿਕਿਉਰਿਟੀ ਬ੍ਰੀਚ ਦਾ ਖੰਡਨ ਕੀਤਾ, ਇਹਦੀ ਨਿਖੇਧੀ ਕੀਤੀ ਆ। ਸੋ ਇੱਥੇ ਮੈਂ ਮੰਨਦਾ ਹਾਂ ਕਿ ਉਹ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਸ਼ਹਿਰੀ ਵਰਗਾਂ ਵਿੱਚ ਫਿਰ ਉਹ ਆਪਣੀ ਮਜ਼ਬੂਤੀ ਬਣਾ ਰਹੀ ਆ। ਤੇ ਜਿਹੜੇ ਸਰਵੇਖਣ ਵੀ ਆ ਰਹੇ ਪੰਜਾਬ ਦੇ ਨਵੇਂ, ਅੱਜ ਹੀ ਮੈਂ ਨਵਾਂ ਇੱਕ ਇੰਡੀਆ ਹੈਡ ਵਿੱਚ ਵੀ ਸਰਵੇਖਣ ਦੇਖਿਆ ਆ, ਜਿਹ 'ਚ ਆਮ ਆਦਮੀ ਪਾਰਟੀ ਸਭ ਤੋਂ ਉੱਤੇ ਨਜ਼ਰ ਦਿਖਾਈ ਜਾ ਰਹੀ ਆ। ਤੇ ਉਹਦਾ ਕਾਰਨ ਕੀ ਆ? ਉਹਨਾਂ ਨੇ ਉਹ ਪੋਪੂਲੇਸ਼ਨ ਦੇ ਵਿੱਚ, ਡੈਮੋਗ੍ਰਾਫਿਕ ਦੇ ਵਿੱਚ ਵੀ ਉਹਨਾਂ ਨੇ ਨੰਬਰ ਦਿਖਾਏ ਨੇ। ਜਿਹੜੀ ਜਨਰਲ ਵਰਗ ਦੀ ਪੋਪੂਲੇਸ਼ਨ ਆ, ਸ਼ਹਿਰੀ ਪੋਪੂਲੇਸ਼ਨ ਆ, ਉਹਦੇ ਵਿੱਚ ਆਮ ਆਦਮੀ ਪਾਰਟੀ ਬੜਤ ਲੈਂਦੀ ਹੋਈ ਨਜ਼ਰ ਆ ਰਹੀ ਆ। ਸੋ ਇਹ ਪੋਲੀਟੀਕਲੀ ਆਪਾਂ ਜੇ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੀ ਆਪਣੇ ਸਟੈਂਡ ਦੇ ਨਾਲ ਆਪਣੀ ਪੋਜੀਸ਼ਨ ਸ਼ਹਿਰੀ ਹਲਕਿਆਂ 'ਚ ਤਕੜੀ ਕਰਨ ਦੀ ਕੋਸ਼ਿਸ਼ ਕਰੇਗੀ। ਸੋ 905 601 1350 ਸਾਡੇ ਪਹਿਲੇ ਕਾਲਰ ਦੇਖਦੇ ਹਾਂ, ਕੁਲਦੀਪ ਸਿੰਘ ਜੀ। ਹਾਂਜੀ, ਤੁਸੀਂ ਆਉਂਦੀ ਹੋ ਜੀ ਕੁਲਦੀਪ ਸਿੰਘ ਜੀ? ਹਾਂਜੀ, ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਬੋਬੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਗਿੱਲ ਸਾਹਿਬ, ਬੋਬੀ ਜੀ ਨੇ ਨਾ ਬੜੀ ਇੱਕ ਵੱਡੀ ਗੱਲ ਕਹਿ ਦਿੱਤੀ ਹੈ, ਜਿਹੜਾ ਵੀ ਹਿੰਦੂ ਵੋਟਰ ਜਿਹੜਾ ਹੈ ਉਹ ਬੜਾ ਸਾਇਲੈਂਟ ਜਿਹਾ। ਤੇ ਬੋਬੀ ਜੀ ਇੱਕ ਗੱਲ ਥੋੜੀ ਜਿਹੀ ਮੈਂ ਇਹਨੂੰ ਅੱਗੇ ਤੋਰਾਂਗਾ ਤੇ ਮੈਨੂੰ ਦੱਸਿਓ ਮਾੜਾ ਜਿਹਾ। ਜਿਹਦਾ ਹੁਣ 5 ਸਟੇਟਾਂ 'ਚ ਇਲੈਕਸ਼ਨ ਹੈਗਾ ਤੇ ਪੰਜਾਬ ਵਿੱਚ ਚਲੋ ਹਿੰਦੂ ਵੋਟਰ ਵੀ ਜਿਹੜਾ ਕਾਫੀ ਹੈ, ਤੇ ਜਿੱਦਾਂ ਹੁਣ 5 ਸਟੇਟਾਂ 'ਚ ਬਾਕੀ ਥਾਂ ਦੇ ਵੀ ਹਿੰਦੂ ਜਿਹੜਾ ਵੋਟਰ ਹੈ ਉਹ ਕਾਫੀ ਗਿਣਤੀ ਦੇ ਵਿੱਚ ਹੈਗਾ। ਕਿ 5 ਸਟੇਟਾਂ ਦੇ ਵਿੱਚ ਇਹਨਾਂ ਨੂੰ ਸਿੰਪਥੀ ਮਿਲੇਗੀ ਜ਼ਰੂਰ, ਮੈਨੂੰ ਤੁਹਾਨੂੰ ਤਾਂ ਲੱਗਦਾ ਵੀ ਜ਼ਰੂਰ ਮਿਲੇਗੀ। ਤੇ ਜਿਹੜਾ ਇਹ ਜਥੇਬੰਦੀ ਨੇ ਲੈ ਵੀ ਲਿਆ ਵੀ ਆਪਣੇ ਉੱਤੇ ਲੈ ਲਈ ਗੱਲ ਵੀ ਠੀਕ ਹੈ ਜੀ ਅਸੀਂ ਕੀਤਾ ਹੈ, ਤੇ ਫਿਰ ਆਪਾਂ ਹੁਣ ਪੰਜਾਬ ਦੀ ਸਰਕਾਰ ਜਿਹੜੀ ਹੈ ਕਿਸ ਤਰ੍ਹਾਂ ਆਪਣੇ ਆਪ ਨੂੰ ਜਸਟੀਫਾਈ ਕਰੇਗੀ?
ਤੇ ਗਿੱਲ ਸਾਹਿਬ ਟਾਈਮ ਦੇਣ ਵਾਸਤੇ ਮਿਹਰਬਾਨੀ, ਤੇ ਭਵਿੱਖ ਜੀ ਮੈਂ ਸੁਣਨਾ ਚਾਹੀਦਾ ਤੁਹਾਡੀ ਗੱਲ। ਸ਼ੁਕਰੀਆ ਸਰ, ਆਫ ਦੀ ਏਅਰ ਸੁਣ ਲਿਓ ਜੀ, ਆਪਾਂ ਫਿਰ ਹਾਂਜੀ, ਉਸ ਤੋਂ ਬਾਅਦ ਅਗਲੀਆਂ ਕਾਲਸ ਤੇ ਚੱਲਦੇ ਹਾਂ। ਹਾਂਜੀ, ਬਹੁਤ ਧੰਨਵਾਦ ਜੀ ਛੋਟਾ ਰੱਖਣ ਲਈ। ਹਰਜਿੰਦਰ ਜੀ, ਉੱਤਰਾਖੰਡ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਦਾ ਆਲਰੇਡੀ ਹੱਥ ਉੱਪਰ ਨਜ਼ਰ ਆ ਰਿਹਾ ਵਾ। ਓਕੇ, ਕਾਂਗਰਸ ਦਾ ਕਾਟੋ ਕਲੇਸ਼ ਉੱਥੇ ਰਾਵਤ ਪਿਛਲੀ ਵਾਰੀ ਤੁਹਾਨੂੰ ਪਤਾ ਅਸਤੀਫਾ ਦੇਣ ਤੱਕ ਵੀ ਪਹੁੰਚ ਗਏ ਸੀ ਹਰੀਸ਼ ਰਾਵਤ। ਪੰਜਾਬ ਨਾਲੋਂ ਵੀ ਵੱਧ ਹੈ ਜੀ ਉੱਥੇ। ਹਾਂਜੀ, ਉੱਥੇ ਵੀ ਇਹੋ ਜਿਹਾ ਹੀ ਹਾਲ ਨਹੀਂ ਕੁਛ। ਹਾਂਜੀ ਹਾਂਜੀ, ਤੇ ਯੂਪੀ ਦੇ ਵਿੱਚ ਅਸੀਂ ਸੋਚਦੇ ਵੀ ਪੰਜਾਬੀ ਅੱਗੇ ਆ ਸਾਡੇ ਰੌਲਾ ਰੱਪਾ ਪਾਉਣ ਚ ਕਾਂਗਰਸ ਵਾਲੇ। ਨਹੀਂ ਜੀ, ਉੱਥੇ ਮੈਨੂੰ ਲੱਗਦਾ ਉੱਥੇ ਕਾਂਗਰਸ ਦਾ ਹਰ ਪਾਸੇ ਇਹੀ ਹਾਲ ਚੱਲ ਰਿਹਾ ਅਨਫੋਰਚੂਨੇਟਲੀ। ਤੇ ਉੱਤਰ ਪ੍ਰਦੇਸ਼ ਦੇ ਵਿੱਚ ਦੋ ਤਰ੍ਹਾਂ ਮੁਕਾਬਲਾ ਆ, BSP ਤੇ ਕਾਂਗਰਸ ਬਿਲਕੁਲ ਆਊਟ ਆ। ਮੁਕਾਬਲਾ ਸਿਰਫ ਯੋਗੀ ਤੇ ਅਖਿਲੇਸ਼ ਯਾਦਵ ਚ ਆ। ਉੱਥੇ ਕੀ ਹੈਗੀ ਜਿਹੜੀ ਮੁਸਲਮਾਨ ਵੋਟ ਕੋਈ 15 ਤੋਂ 17% ਦੇ ਵਿੱਚ ਹੈਗੀ ਆ, ਉਹ ਉਹਨੇ ਕੰਸੋਲੀਡੇਟ ਕਰਤਾ ਅਖਿਲੇਸ਼ ਯਾਦਵ ਪਿੱਛੇ। ਤੇ ਉੱਥੇ ਜਿਹੜੀ ਪੋਲਰਾਈਜੇਸ਼ਨ ਹਿੰਦੂ ਵੋਟ ਦੀ ਹੈਗੀ ਆ, ਉਹ ਆਲਰੇਡੀ ਭਾਰਤੀ ਜਨਤਾ ਪਾਰਟੀ ਉੱਤੇ ਕੰਮ ਕਰ ਰਹੀ ਆ, ਉਹ ਤੇ ਜ਼ੋਰ ਦੇ ਰਹੀ ਹੈ। ਤੇ ਇਹੋ ਜਿਹੇ ਇੰਸੀਡੈਂਟ ਤੋਂ ਬਾਅਦ ਉਹ ਡੈਫੀਨਿਟਲੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਸ ਗੱਲ ਨੂੰ ਕਿਸੇ ਤਰ੍ਹਾਂ ਪ੍ਰਚਾਰੇਗੀ ਤੇ ਸਿੰਪਥੀ ਗੇਨ ਕਰਨ ਦੀ ਕੋਸ਼ਿਸ਼ ਕਰੇਗੀ ਤੇ ਲਾਭ ਵੀ ਲੈ ਸਕਦੀ ਆ। ਉਹ ਥੋੜਾ ਜਿਹਾ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਸਰਵੇਖਣਾਂ ਦੇ ਹਿਸਾਬ ਨਾਲ ਹੱਥ ਥੋੜਾ ਜਿਹਾ ਉੱਪਰ ਲੱਗ ਰਿਹਾ ਆ ਤੇ ਅਖਿਲੇਸ਼ ਯਾਦਵ ਦੇ ਨਾਲੋਂ। ਤੇ ਗੋਆ ਹੈਗਾ ਆ, ਗੋਆ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਮਨੀਪੁਰ 'ਚ ਆਲਰੇਡੀ ਹੱਥ ਉੱਪਰ ਸੀਗੇ। ਸੋ ਭਾਰਤੀ ਜਨਤਾ ਪਾਰਟੀ ਬਾਕੀ ਸਟੇਟ ਆਲਰੇਡੀ ਉੱਪਰ ਸੀ, ਯੂਪੀ 'ਚ ਫਾਈਟ ਬਣਦੀ ਨਜ਼ਰ ਆ ਰਹੀ ਸੀ, ਉਹ 'ਚ ਗੇਨ ਕਰਨ ਦੀ ਕੋਸ਼ਿਸ਼ ਕਰੇਗੀ। ਤੇ ਪੰਜਾਬ ਦੇ ਵਿੱਚ ਮੈਂ ਫਿਰ ਕਹਿੰਦਾ ਕਿ ਹਿੰਦੂ ਵੋਟ ਹਲੇ ਚੁੱਪ ਬੈਠੀ ਆ, ਉਹ ਕਿੱਧਰ ਨੂੰ ਜਾਣਾ ਕਿੰਨਾ ਪਿਛਲੀ ਵਾਰੀ ਹਿੰਦੂ ਵੋਟ ਚੁੱਪ ਬੈਠੀ, ਉਦੋਂ ਹੀ ਪਤਾ ਲੱਗਾ ਸੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁੱਪਚਾਪ ਵੋਟਾਂ ਪਾ ਦਿੱਤੀਆਂ ਆਪ ਨੂੰ ਰੋਕਣ ਦੇ ਲਈ। ਕਿ ਇਸ ਵਾਰ ਇਹ ਜਿਹੜੀ ਸ਼ਹਿਰੀ ਵੋਟ ਆ, ਇਹ ਚੁੱਪਚਾਪ ਕਿਹਨੂੰ ਵੋਟ ਪਾਏਗੀ? ਮੈਂ ਹਰਜਿੰਦਰ ਜੀ ਇੱਕ ਗੱਲ ਕਹਾਂਗਾ, ਆਪਾਂ ਗੱਲਾਂ ਕਰੀ ਦੀਆਂ ਪੰਜਾਬ ਦੀ ਪੋਲੀਟਿਕਸ ਦੀਆਂ, ਜਿੰਨੀ ਕੁ ਸਮਾਂ ਮੈਨੂੰ ਫੋਲੋ ਕਰਦੇ ਨੂੰ ਹੋਇਆ ਆ, ਸਰਕਾਰ ਉਹਦੀ ਹੀ ਬਣੀ ਆ ਪੰਜਾਬ ਵਿੱਚ ਜਿਹਦੀ ਕਿ ਸ਼ਹਿਰਾਂ ਨੇ ਡਿਸਾਈਡ ਕੀਤਾ ਆ। ਹਿੰਦੂ ਪੋਪੂਲੇਸ਼ਨ ਡਿਸਾਈਡਿੰਗ ਫੈਕਟਰ ਉਹੀ ਆ, ਕਿਉਂਕਿ ਬਾਕੀ ਤਾਂ ਪੱਕੀ ਰਹਿ ਜਾਂਦੀ ਹੈ। ਤੁਸੀਂ ਦੇਖੋ 2002 ਦੇ ਵਿੱਚ ਜਦੋਂ ਕਾਂਗਰਸ ਬਣੀ, 97 ਦੀ ਇਲੈਕਸ਼ਨ ਜੋ ਬਾਦਲ ਸਾਹਿਬ ਜਿੱਤੇ ਉਹ ਤਾਂ ਹਨੇਰੀ ਸੀਗੀ, ਕਿਉਂਕਿ ਉਹਨੂੰ ਪਾਸੇ ਕਰ ਲਓ। ਇਸ 2002 ਦੇ ਵਿੱਚ ਜਦੋਂ ਸਰਕਾਰ ਬਣੀ ਉਸ ਵੇਲੇ ਕਾਂਗਰਸ ਸ਼ਹਿਰ ਸਾਰੇ ਜਿੱਤ ਗਈ ਸੀਗੀ। ਫਿਰ ਤੁਸੀਂ ਗਾਂਹ ਆਓ 7 ਦੇ ਵਿੱਚ ਭਾਰਤੀ ਜਨਤਾ ਪਾਰਟੀ ਉਮੀਦ ਨਾਲੋਂ ਵੱਧ ਸੀਟਾਂ ਲੈ ਗਈ, ਕੋਈ 19 ਸੀਟਾਂ ਲੈ ਗਈ ਸੀਗੀ, ਜਦੋਂ ਇੱਕਦਮ ਕਹਿੰਦੇ ਨੇ ਸ਼ਹਿਰਾਂ ਦੀਆਂ ਸਾਰੀਆਂ ਸੀਟਾਂ ਭਾਰਤੀ ਜਨਤਾ ਪਾਰਟੀ ਲੈ ਗਈ ਤੇ ਜੋ ਕਾਂਗਰਸ ਨੂੰ ਹੈਰਾਨੀ, ਜਾਣੀ ਕਿ ਬੜੀ ਹੈਰਾਨੀ ਵੀ ਹੋਈ ਤੇ ਹਾਰ ਵੀ ਗਏ। ਤੇ 12 ਦੇ ਵਿੱਚ ਲੱਗਦਾ ਸੀ ਭਾਰਤੀ ਜਨਤਾ ਪਾਰਟੀ ਬਿਲਕੁਲ ਖਤਮ ਹੈ, 12-13 ਸੀਟਾਂ ਫੇਰ ਲੈ ਗਈ। ਠੀਕ ਹੈ, ਜਦੋਂ ਜਿਹੜੀ ਕਿ ਡਿਸਾਈਡਿੰਗ ਫੈਕਟਰ ਸੀਗਾ ਸਰਕਾਰ ਕਿਹਦੀ ਬਣਨੀ ਆ। ਤੇ 17 ਦੇ ਵਿੱਚ ਲੱਗ ਰਿਹਾ ਸੀ ਆਮ ਆਦਮੀ ਪਾਰਟੀ ਦਾ ਹੱਥ ਉੱਤੇ ਆ, ਉਦੋਂ ਹੀ ਪਤਾ ਲੱਗਾ ਜਦੋਂ ਸ਼ਹਿਰੀ ਵੋਟ ਸਾਰੀ ਇੱਕ ਤਰਫਾ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਨੂੰ ਭੁਗਤ ਗਈ। ਇਸ ਵੇਲੇ ਵੀ 2022 ਦੇ ਵਿੱਚ ਵੀ ਡਿਸਾਈਡਿੰਗ ਫੈਕਟਰ ਅਰਬਨ ਹਿੰਦੂ ਵੋਟਰ ਨੇ ਰਹਿਣਾ ਆ, ਉਹ ਕਿੱਧਰ ਭੁਗਤਣਾ ਆ, ਕੀ ਹੋਣਾ ਆ, ਹਲੇ ਤੱਕ ਚੁੱਪ ਬੈਠਾ ਆ। ਇਹ ਇਲੈਕਸ਼ਨਸ ਵੇਲੇ ਪਤਾ ਲੱਗਣਾ ਰਿਜ਼ਲਟ ਵੇਲੇ ਕਿੱਧਰ ਭੁਗਤ ਗਿਆ ਉਹ। ਠੀਕ ਹੈ, ਸੋ ਆਪਣੀਆਂ ਬਾਬੂ ਜੀ ਸਾਰੀਆਂ ਲਾਈਨਸ ਬਿਜ਼ੀ ਨੇ, ਮੈਂ ਚਾਹੁੰਦਾ ਕਿ ਇਹੀ 5 ਕਾਲਸ ਲਵਾਂਗੇ ਆਪਾਂ ਤੇ ਫਿਰ ਆਪਾਂ ਸਮਾਪਤ ਕਰ ਦਿੰਨੇ। ਤੇ ਸਾਡੇ ਕਾਲਰਸ ਨੂੰ ਬੇਨਤੀ ਹੈ ਪਲੀਜ਼ ਛੋਟੀ ਗੱਲਬਾਤ ਰੱਖਦੇ ਹੋਏ ਆਪਾਂ ਵਿਚਾਰ ਸਾਂਝੇ ਕਰਦੇ ਹਾਂ। 0066 ਨੰਬਰ। ਹਾਂਜੀ, ਤੁਸੀਂ ਆਉਂਦੇ ਰਹੋ ਜੀ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ, ਕੀ ਸ਼ੁਭ ਨਾਮ ਤੁਹਾਡਾ? ਬਾਈ ਜੀ ਮੇਰਾ ਹਰਪਿੰਦਰ ਢਿੱਲੋਂ ਬਾਈ ਜੀ। ਮੇਰੇ ਵਿਚਾਰ ਥੋੜੇ ਅਲੱਗ ਵੀ ਹੋ ਸਕਦੇ ਆ ਸ਼ਾਇਦ। ਹਾਂਜੀ ਹਾਂਜੀ, ਆਪਾਂ ਸਾਰਿਆਂ ਦੇ ਵਿਚਾਰਾਂ ਦਾ ਸਵਾਗਤ ਹੈ ਜੀ, ਆਪਾਂ ਇਸੇ ਲਈ ਤਾਂ ਕਾਲਸ ਲੈ ਰਹੇ ਹਾਂ। ਬਾਈ ਜੀ ਮੇਰਾ ਇਹ ਮੰਨਣਾ ਹੈ ਜੀ, ਇੱਕ ਤਾਂ ਜੀ ਦੇਸ਼ ਦਾ ਪ੍ਰਧਾਨ ਮੰਤਰੀ ਆ ਰਿਹਾ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਮਤਲਬ ਵੀ ਦੇਸ਼ ਦਾ ਪ੍ਰਧਾਨ ਮੰਤਰੀ ਆ ਰਿਹਾ, ਉਹ ਦੈਟ ਇਜ਼ ਸੁਪੀਰੀਅਰ, ਦੈਟਸ ਮੋਸਟ ਪਾਵਰਫੁਲ ਪਰਸਨ, ਉਹ ਆ ਰਿਹਾ, ਉਹਨੇ ਆਰਗੇਨਾਈਜ਼ ਕਰਨਾ ਹੈ। ਇੱਕ ਸੀ ਜੀ ਦੇਸ਼ ਦਾ ਪ੍ਰਧਾਨ ਮੰਤਰੀ ਬੀਜੇਪੀ ਲਈ ਪ੍ਰਚਾਰ ਕਰਨ ਆ ਰਿਹਾ। ਦੋ ਅਲੱਗ-ਅਲੱਗ ਚੀਜ਼ਾਂ ਨੇ, ਇਸ ਚੀਜ਼ ਨੂੰ ਆਪਾਂ ਮਿਊਟਲੀ ਦੇਖ ਲਈਏ। ਤੇ ਇਸ ਲਈ ਜੇ ਉਹਨਾਂ ਨੇ ਬੀਜੇਪੀ ਦੇ ਪ੍ਰਧਾਨ ਮੰਤਰੀ ਨੂੰ ਰੋਕਿਆ, ਬਹੁਤ ਵਧੀਆ ਕੀਤਾ ਜੀ, ਕਿਉਂਕਿ ਬੀਜੇਪੀ ਦਾ ਪ੍ਰਧਾਨ ਮੰਤਰੀ ਆ, ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਡੈਫੀਨੇਟ ਰੈਲੀ, ਇੱਕ ਅਲੱਗ ਰੈਲੀ ਚਾਹੁੰਦਾ ਜੀ, ਜਾਂ ਕਿਤੇ ਅਲੱਗ ਰੈਲੀ ਕਿ ਇੱਕ ਆਰਗੇਨਾਈਜੇਸ਼ਨ ਕਰਨਾ ਹੁੰਦਾ। ਹਰੇਕ ਬਹੁਤ ਥਾਵਾਂ ਤੇ ਹੋਰ ਵੀ ਜਾਂਦੇ ਨੇ ਉਹ, ਜਿੱਥੇ ਜਾ ਕੇ ਦੀਵਾ ਜਗਾ ਕੇ ਆਪਣੇ ਉਹ ਐਕਚੁਅਲੀ ਪ੍ਰਚਾਰ ਕਰਨ ਆ ਰਹੇ ਸੀਗੇ। ਜੇ ਉਸ ਤਰੀਕੇ ਨਾਲ ਸੋਚੋ ਹਰਜਿੰਦਰ ਬਾਈ ਤਾਂ ਸਹੀ ਵੀ ਹੈ, ਕਿਉਂਕਿ ਆਪਣੇ ਕਿਸਾਨ ਵੀ ਬੈਠੇ ਰਹੇ ਆ, ਫਿਰ ਤਾਂ ਬਰਾਬਰ ਅੱਟੀ ਸੱਟੀ ਚੱਲਦੀ ਹੈ। ਜੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਸੋਚਦੇ ਆ ਫਿਰ ਗਲਤ ਹੈ, ਫਿਰ ਇਹ ਪ੍ਰੋਟੋਕਾਲ ਬ੍ਰੇਕ ਹੈ, ਇਸ ਤੋਂ ਵੱਡਾ ਪ੍ਰੋਟੋਕਾਲ ਬ੍ਰੇਕ ਹੀ ਨਹੀਂ ਹੋ ਸਕਦਾ ਕੋਈ। ਬਿਲਕੁਲ ਠੀਕ ਹੈ, ਇਹ ਦੋ ਪੱਖ ਵੀ ਹੈ। ਚਾਹੂੰਗਾ ਇੱਥੇ ਹਾਂਜੀ ਹਾਂਜੀ, ਬੜੀ ਮਿਹਰਬਾਨੀ। ਟੈਕਨੀਕੈਲਿਟੀ ਤੇ ਗੱਲ ਕਰਨੀ ਹੈ, ਜਦ ਤੱਕ ਕੋਡ ਨਾ ਲੱਗ ਜਾਵੇ ਉਨੀ ਦੇਰ ਤੱਕ ਚੋਣ ਪ੍ਰਚਾਰ ਨਹੀਂ ਮੰਨਿਆ ਜਾਂਦਾ। ਹਾਂ, ਉਹ ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਚੋਣ ਪ੍ਰਚਾਰ ਕਰਨ ਆ ਰਹੇ, ਉਹ ਹਰ ਇੱਕ ਪਾਰਟੀ ਦਾ ਲੀਡਰ ਕਰਦਾ ਆ।
ਜੇ ਚਰਨਜੀਤ ਸਿੰਘ ਚੰਨੀ ਵੀ ਅੱਜ ਕਿਤੇ ਜਾਂਦਾ ਆ CM ਬਣ ਕੇ, ਉਹ ਕਾਂਗਰਸ ਦਾ CM ਬਣ ਕੇ ਟੈਕਨੀਕਲੀ ਨਹੀਂ ਜਾ ਸਕਦਾ, ਪਰ ਉਹ ਜਾਂਦਾ ਹੀ ਆ। ਠੀਕ ਹੈ ਨਾ। ਆਪਾਂ ਮੈਂ ਸਿਰਫ ਟੈਕਨੀਕਲ ਗੱਲ ਕਰ ਰਿਹਾ ਵਾਂ। ਬਿਲਕੁਲ, ਆਪਾਂ ਵਿਚਾਰ ਜਿਹੜੇ ਸਾਡੇ ਸਰੋਤਿਆਂ ਦੇ ਜਿਹੜੇ ਮਨ ਦੇ ਵਿੱਚ ਹੈਗੇ ਆਪਾਂ ਉਹਨਾਂ ਦੀ ਵੀ ਕਦਰ ਕਰਦੇ ਹਾਂ। ਪਰ ਗੱਲ ਹੈ ਕਿ ਪਰ ਇਸ ਵੇਲੇ ਕਿਉਂਕਿ ਕੋਡ ਨਹੀਂ ਲੱਗਾ, ਇਹਦੇ ਕਰਕੇ ਆਪਾਂ ਚੋਣ ਪ੍ਰਚਾਰ ਦੀ ਕਲਾਸੀਫਿਕੇਸ਼ਨ ਨਹੀਂ ਕਰ ਸਕਦੇ, ਪਰ ਉਹ ਸਾਰੇ ਹੀ ਕਰਦੇ ਆ। ਮੈਂ ਜਿਸ ਤਰ੍ਹਾਂ ਕਹਿ ਦੇਵਾਂ, ਸਾਡੇ ਮਾਣਯੋਗ ਚੀਫ ਮਿਨਿਸਟਰ ਵੀ ਕਰਦੇ ਆ, ਪ੍ਰਧਾਨ ਮੰਤਰੀ ਵੀ ਕਰਦਾ ਆ, ਇਹ ਸਾਰੇ ਕਰਦੇ ਆ। ਪਰ ਜਿਹੜੇ ਕਹਿੰਦੇ ਹੁੰਦੇ ਪ੍ਰੋਟੈਸਟ ਕਰਨਾ ਕੋਈ ਬੁਰੀ ਗੱਲ ਨਹੀਂ, ਪੀਸਫੁਲ ਪ੍ਰੋਟੈਸਟ ਕਿਤੇ ਵੀ ਕਰੋ, ਪਰ ਇੱਥੇ ਆਪਾਂ ਪ੍ਰੋਟੈਸਟ ਦੀ ਗੱਲ ਨਹੀਂ ਕਰ ਰਹੇ, ਆਪਾਂ ਗੱਲ ਕਰ ਰਹੇ ਹਾਂ ਪ੍ਰੋਟੋਕਾਲ ਦੇ ਵਿੱਚ ਜੋ ਸਿਕਿਉਰਿਟੀ ਬ੍ਰੀਚ ਹੋਈ ਹੈ। ਦਿਸ ਇਜ਼ ਡਿਫਰੈਂਸ। ਪ੍ਰੋਟੈਸਟ ਕਰਨਾ ਕਿਤੇ ਵੱਖਰੀ ਗੱਲ ਆ, ਸਿਕਿਉਰਿਟੀ ਬ੍ਰੀਚ ਕਰਨੀ, ਪ੍ਰੋਟੋਕਾਲ ਟੁੱਟਣਾ, ਉਹ ਇੱਕ ਅੱਛਾ। ਇੱਥੇ ਇਹ ਵੀ ਗੱਲ ਹੈ ਬਾਬੂ ਜੀ, ਸਾਰੇ ਦਾ ਸਾਰਾ ਜਿਹੜਾ ਨਾ ਜੀ ਠੀਕਰਾ ਆ ਉਹ ਪੰਜਾਬ ਸਰਕਾਰ ਦੇ ਉੱਤੇ ਹੀ ਭੱਜ ਰਿਹਾ ਸਾਰੇ ਪਾਸੇ। ਜੇ ਦੇਖਿਆ ਜਾਵੇ ਤਾਂ ਕੋਈ ਇਹ ਨਹੀਂ ਕਹਿ ਰਿਹਾ ਕਿ ਉਹ ਕਿਹਨੇ ਜਾ ਕੇ ਬਲੌਕ ਕੀਤਾ, ਉਹ ਗੱਲ ਸੈਕੰਡਰੀ ਹੋ ਗਈ ਹੈ। ਪ੍ਰਾਇਮਰੀ ਇੱਥੇ ਹੋ ਗਈ ਹੈ ਕਿ ਕੰਟਰੋਲ ਨਹੀਂ ਕੀਤਾ ਗਿਆ। ਨਹੀਂ, ਪ੍ਰਾਇਮਰੀ ਗੱਲ ਤਾਂ ਇਹ ਦੇਖੋ, ਪ੍ਰੋਟੈਸਟ ਤਾਂ ਹੁੰਦੀਆਂ ਆ ਹਮੇਸ਼ਾ, ਹਰ ਸਟੇਟ 'ਚ ਹੁੰਦੀਆਂ ਆ, ਪਰ ਗੱਲ ਹੁੰਦੀ ਹੈ ਸਿਕਿਉਰਿਟੀ ਬ੍ਰੀਚ ਨਾ ਹੋਣਾ। ਉਹ ਜ਼ਿੰਮੇਵਾਰੀ ਕਿਹਦੀ ਆ, ਗੱਲ ਡਿਸਕਸ਼ਨ ਉਸਦੀ ਆ। ਸੋ ਆਪਾਂ ਅਗਲੀਆਂ ਇੱਕ ਕਾਲ ਐਕਚੁਅਲੀ ਮਾਂਗੜ ਸਾਹਿਬ ਦੀ ਡ੍ਰੌਪ ਹੋ ਗਈ ਹੈ, ਤੇ ਉਸ ਤੋਂ ਬਾਅਦ ਇੱਕ 4646 ਆਪਣੇ ਸੰਪੂਰਨ ਸਿੰਘ ਜੀ 1452 ਨੰਬਰ ਤੇ 2251, ਬਸ ਆਹੀ 3 ਕਾਲਸ ਲੈ ਕੇ ਫਿਰ ਦੋਸਤੋ ਆਪਾਂ ਸਮਾਪਤ ਕਰਦੇ ਹਾਂ। ਅਗਲੀ ਕਾਲ ਤੇ ਚੱਲਾਂਗੇ ਸੰਪੂਰਨ ਸਿੰਘ ਜੀ ਕੋਲ, ਪਰ ਉਸ ਤੋਂ ਪਹਿਲਾਂ ਮੈਂ ਦੱਸ ਦਿੰਦਾ ਕਿ ਸਾਡੀ ਇਸ ਗੱਲਬਾਤ ਨੂੰ ਤੜਕਾ ਕਿੰਗ ਦੀ ਟੀਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। 1 ਵਜੇ ਤੋਂ ਲੈ ਕੇ ਅੱਧੀ ਰਾਤ ਨੂੰ 1 ਵਜੇ ਤੱਕ ਓਪਨ ਹੁੰਦੇ ਆ, ਦੁਪਹਿਰੇ 1 ਵਜੇ ਓਪਨ ਕਰਕੇ। ਸੋ 12 ਘੰਟੇ ਤੁਸੀਂ ਇਹਨਾਂ ਨੂੰ ਐਨੀ ਟਾਈਮ ਵਿਜ਼ਿਟ ਕਰ ਸਕਦੇ ਹੋ। ਇਸ ਵੇਲੇ ਟੇਕ ਆਊਟ ਦੇ ਲਈ ਜਦੋਂ ਤੁਸੀਂ ਜਾਓਗੇ, ਵੈਜ ਨੋਨ ਵੈਜ ਕਿਸੇ ਵੀ ਤਰ੍ਹਾਂ ਦਾ ਖਾਣਾ ਆਰਡਰ ਕਰੋ, ਤੇ ਬਿੱਲ ਜਦੋਂ ਪੇ ਕਰਨਾ ਸਾਡੇ ਪ੍ਰੋਗਰਾਮ ਦਾ ਰੈਫਰੈਂਸ ਦਿਓ ਤੇ 10% ਸਪੈਸ਼ਲ ਡਿਸਕਾਊਂਟ ਮਿਲਣਾ। ਹਰਜਿੰਦਰ ਗਿੱਲ ਸ਼ੋਅ ਸਾਡੇ ਪ੍ਰੋਗਰਾਮ ਦਾ ਰੈਫਰੈਂਸ ਦੇਣ ਤੇ 905 230 0102 905 230 0102 ਤੇ ਕਾਲ ਕੀਤੀ ਜਾ ਸਕਦੀ ਹੈ। ਜੀ ਸੰਪੂਰਨ ਸਿੰਘ ਜੀ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਕੱਲ ਆਪਣੀ ਗੱਲ ਹੋਈ ਸੀ, ਮੈਂ ਤੁਹਾਨੂੰ ਇਹ ਲਫ਼ਜ਼ ਕਹੇ ਸੀ ਵੀ ਇਕੱਠ ਨਹੀਂ ਹੋ ਸਕੇਗਾ, ਔਰ ਉਹ ਬਿਲਕੁਲ ਸਾਬਤ ਹੋਇਆ। ਔਰ ਉਹਦਾ ਇਕੱਠ ਨਾ ਹੋਣ ਦੇ ਕਰਕੇ ਇਹ ਸਾਰਾ ਕੋਈ ਡਰਾਮਾ ਰਚਿਆ ਗਿਆ। ਬਾਕੀ ਇਹ ਪ੍ਰੋਟੋਕਾਲ ਠੀਕ ਹੈ, ਹੁੰਦਾ ਆ, ਪਹਿਲਾਂ ਵੀ ਸੀ। ਮੈਨੂੰ ਯਾਦ ਹੈ ਜਦੋਂ ਅਸੀਂ ਪ੍ਰਧਾਨ ਮੰਤਰੀ ਨਹਿਰੂ ਖੁੱਲੀ ਜੀਪ ਦੇ ਵਿੱਚ ਲੁਧਿਆਣੇ ਦੀਆਂ ਸੜਕਾਂ ਤੇ ਫਿਰਦਾ ਸੀਗਾ, ਗਿਆਨੀ ਜ਼ੈਲ ਸਿੰਘ ਚੀਮ ਆਪਣੇ ਹੋਮ ਮਿਨਿਸਟਰ ਹੁੰਦਾ ਹੋਇਆ, ਮੈਂ ਉਹਦੇ ਨਾਲ ਹੱਥ ਮਿਲਾਇਆ, ਸਾਡੇ ਕਲੱਬ ਦੇ ਵਿੱਚ ਉਹਨੇ ਖਾਣਾ ਖਾਧਾ ਸੀ। ਉਸ ਗੱਲ ਇਹ ਹੈ ਵੀ ਪ੍ਰੋਟੋਕੋਲ ਤਾਂ ਕੋਈ ਐਡੀ ਠੀਕ ਹੈ, ਅਸੀਂ ਇਹ ਤੇ ਗੱਲ ਕਰ ਸਕਦੇ ਹਾਂ, ਪਰ ਪਬਲਿਕਲੀ ਜਦੋਂ ਅਸੀਂ ਸਾਡੇ ਲੀਡਰ ਆਉਂਦੇ ਆ, ਉਹ ਸਾਡੇ ਪਬਲਿਕ ਦੇ ਲੀਡਰ ਹੁੰਦੇ ਆ, ਤਾਂ ਉਹਨਾਂ ਵਾਸਤੇ ਰੋਕ ਵੀ ਨਹੀਂ ਚਾਹੀਦੀ। ਔਰ ਜਿੱਥੇ ਕਿਤੇ ਕੋਈ ਐਸਾ ਡਿਸਪਿਊਟ ਹੈ, ਜਿੱਦਾਂ ਸਾਡਾ ਕਾਫੀ ਜ਼ਿਆਦਾ ਡਿਸਪਿਊਟ 1 ਸਾਲ 1.5 ਸਾਲ ਚੱਲਦਾ ਰਿਹਾ, ਔਰ ਇਹਨਾਂ ਲੋਕਾਂ ਨੇ ਬੌਦਰ ਨਹੀਂ ਕੀਤਾ। ਇਨਸਾਨ ਪੰਜਾਬੀ ਉੱਥੇ ਬੈਠੇ ਸੀ, ਇਨਸਾਨ ਹੀ ਨਹੀਂ ਸਮਝਿਆ ਇਹਨਾਂ ਲੋਕਾਂ ਨੇ, ਔਰ ਉਹਦਾ ਰਿਵਾਰਡ ਕੋਈ ਨਾ ਕੋਈ ਤਾਂ ਇਹਨੂੰ ਮਿਲ ਨਹੀਂ ਸੀਗਾ, ਉਹ ਮਿਲਿਆ। ਠੀਕ ਹੈ ਜੀ, ਬਹੁਤ ਸ਼ੁਕਰੀਆ ਸਰ, ਧੰਨਵਾਦ ਜੀ। ਫਿਰ ਗੱਲ ਕਹਿ ਦੇਵਾਂ ਹਰਜਿੰਦਰ ਜੀ, ਇਸ ਵੇਲੇ ਆਪਾਂ ਅਗਰ ਇਹ ਸੋਚਦੇ ਕਿ ਨਰਿੰਦਰ ਮੋਦੀ ਨੂੰ ਕੋਈ ਰਿਵਾਰਡ ਮਿਲ ਗਿਆ ਜਾਂ ਉਹਨੂੰ ਕੋਈ ਸਜ਼ਾ ਮਿਲ ਗਈ, ਉਹ ਅਦਰ ਦੈਨ ਸਿਕਿਉਰਿਟੀ ਬ੍ਰੀਚ ਇਹੋ ਜਿਹੀ ਕੋਈ ਲੱਗਦਾ ਨਹੀਂ ਕੋਈ ਗੱਲ ਹੋਈ ਆ। ਇੱਕ ਇਹ ਐਕਚੁਅਲੀ ਔਨ ਦਾ ਕੰਟਰਰੀ ਪੰਜਾਬ ਸਰਕਾਰ ਤੇ ਜ਼ਰੂਰ ਕਲੰਕ ਲੱਗ ਗਿਆ ਵਾ। ਸੋ ਆਪਾਂ ਇਹ ਸਮਝੀਏ, ਜੇ ਮੇਰੇ ਹੁਣ ਭਾਈ ਸਾਹਿਬ ਕਹਿ ਕੇ ਗਏ ਆ ਕਿ ਨਹਿਰੂ ਜਾਂ ਗਿਆਨੀ ਜ਼ੈਲ ਸਿੰਘ ਦੀ, ਮੈਂ ਫਿਰ ਕਹਿੰਦਾ 1988 'ਚ CPG ਦਾ ਸੰਗਠਨ ਹੋਇਆ ਆ। ਪ੍ਰੋਟੋਕਾਲ ਹਰ ਸਮੇਂ 'ਚ ਬਦਲਦੇ ਰਹਿੰਦੇ ਆ। ਉਸ ਤੋਂ ਬਾਅਦ ਦੇ ਜਿਸ ਤਰ੍ਹਾਂ ਸਿਕਿਉਰਿਟੀ, ਉਹ ਵੀ ਉਹਦੇ ਵਿੱਚ ਵੀ ਤਬਦੀਲੀਆਂ ਆਉਂਦੀਆਂ ਰਹਿੰਦੀਆਂ। SPG ਪਹਿਲਾਂ ਤਾਂ 1988 ਤੋਂ ਪਹਿਲਾਂ ਹੁੰਦੀ ਨਹੀਂ ਸੀਗੀ। ਹਾਂਜੀ, ਸੋ ਇਹ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੋਸਤੋ ਇੱਕ ਖਾਸ ਕਿਸਮ ਦੀ ਜਿਹੜੀ ਇੱਕ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਦੇ ਲਈ ਇੱਕ ਏਜੰਸੀ ਦੀ ਤਰ੍ਹਾਂ ਕੰਮ ਕਰਦੀ ਹੈ। ਇਹਦੇ ਵਿੱਚ ਵੀ ਸਮੇਂ ਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ, ਪ੍ਰੋਟੋਕਾਲ ਬਦਲਦੇ ਰਹਿੰਦੇ ਆ। ਤੇ ਫਿਰ ਮੈਂ ਕਹਿ ਦਿੰਦਾ ਆ ਕਿ ਆਪਾਂ ਇਸ ਗੱਲ ਤੇ ਵਿਚਾਰ ਕਰੀਏ। ਮੈਂ ਫਿਰ ਕਹਿੰਦਾ ਪ੍ਰੋਟੈਸਟ ਕਰਨਾ ਹੱਕ ਆ। ਜਿਹੜੀ ਰੈਲੀ ਫੇਲੀਅਰ ਹੋ ਗਈ, ਇਹ ਆਲਰੇਡੀ ਜਿੱਤ ਬਹੁਤ ਵੱਡੀ ਆ। ਜਿਹੜੇ ਲੋਕੀ ਨਰਿੰਦਰ ਮੋਦੀ ਦੀ ਪਾਲਿਸੀ ਨਾਲ ਸਹਿਮਤ ਨਹੀਂ ਹੈਗੇ, ਪਰ ਇਸ ਵੇਲੇ ਵਿਸ਼ਾ ਮੈਂ ਤਾਂ ਹੀ ਸ਼ੁਰੂ ਤੋਂ ਕੀਤਾ, 2 ਵੱਖਰੇ ਵਿਸ਼ੇ ਆ, ਰੈਲੀ ਦਾ ਕਾਮਯਾਬ ਜਾਂ ਨਾ ਕਾਮਯਾਬ ਹੋਣਾ, ਤੇ ਦੂਜਾ ਸਿਕਿਉਰਿਟੀ ਬ੍ਰੀਚ ਹੋਣਾ, ਪ੍ਰੋਟੋਕਾਲ ਦਾ ਟੁੱਟਣਾ। ਆਪਾਂ ਨੈਕਸਟ ਕਾਲ 2 ਕਾਲਸ ਹੋਰ ਲੈ ਲਈਏ ਤੇ ਫਿਰ ਸਮਾਪਤ ਕਰਦੇ ਹਾਂ ਜੀ। 1452 ਨੰਬਰ, ਤੁਸੀਂ ਨੈਕਸਟ ਕਾਲਰ ਹੋ, ਕੀ ਸ਼ੁਭ ਨਾਮ ਹੈ ਜੀ ਤੁਹਾਡਾ? ਹਾਂਜੀ, ਪਰਵਿੰਦਰ ਸਿੰਘ ਹੈ ਜੀ ਨਾਮ ਮੇਰਾ। ਜੀ ਪਰਵਿੰਦਰ ਭਾਈ। ਹਾਂਜੀ ਭਾਈ ਜੀ, ਇੱਕ ਮੇਰਾ ਕੁਐਸਚਨ ਭਾਈ ਬੜੇ ਵੀਰ ਜੀ ਨੂੰ, ਤੇ ਇੱਕ ਮੇਰਾ ਆਪਦਾ ਵਿਊ ਆ। ਹਾਂਜੀ ਪਲੀਜ਼। ਸਵਾਲ ਇਹ ਹੈਗਾ ਕਿ ਰੈਲੀ ਤੇ ਇਕੱਠ ਨਹੀਂ ਹੋਇਆ,
ਕੀ ਸਟਿਲ ਕਾਂਗਰਸ ਦੇ ਜਾਂ ਨਾਨ ਬੀਜੇਪੀ ਪਾਰਟੀਆਂ ਜੋ ਬੰਦੇ ਇੱਧਰ ਆਉਂਦੇ ਰਹਿਣਗੇ? ਕਿਉਂਕਿ ਇਹਦਾ ਇੰਪੈਕਟ ਬਹੁਤ ਵੱਡਾ ਪੈਣਾ ਕਿ ਰੈਲੀ 'ਚ ਲੋਕ ਨਹੀਂ ਪਹੁੰਚੇ ਅੱਜ। ਰੀਜ਼ਨ ਉਹਦਾ ਮੀਂਹ ਵੀ ਸੀਗਾ, ਮੌਸਮ ਵੀ, ਜੋ ਮਰਜ਼ੀ ਵੀ ਸੀਗਾ, ਪਰ ਉਹ ਇੱਕ ਲੋਕੀ ਸੋਚਦੇ ਸੀਗੇ ਕਿ ਅੱਜ ਵਾਲੀ ਰੈਲੀ ਵਿੱਚ ਪਤਾ ਨਹੀਂ ਕਿੰਨੇ ਕਾਂਗਰਸ ਦੇ ਸਰਕਾਰ ਦੇ MLA ਮੰਤਰੀ ਜਾਂ ਈਵਨ ਅਕਾਲੀ ਸਾਬਕਾ ਮੰਤਰੀ MLA ਜਾਂ ਹੋਣਗੇ, ਉਹ ਵੀ BJP 'ਚ ਜਾਣਗੇ, ਜੋ ਕਿ ਅੱਜ ਪੋਸੀਬਲ ਵੱਡੀ ਚਰਚਾ ਨਹੀਂ ਹੋਏ। ਹਾਂਜੀ। ਦੂਸਰੀ ਗੱਲ ਜਿੱਥੇ ਕਿ ਜੀ ਇਹਨਾਂ ਦੀਆਂ ਇਹ ਮੋਦੀ ਜੀ ਇੰਡੀਆ ਦਾ ਪ੍ਰਧਾਨ ਮੰਤਰੀ ਬਣਿਆ ਨਹੀਂ ਅੱਜ ਤੱਕ ਜੀ। ਉਹ ਸਿਰਫ BJP ਦਾ ਪ੍ਰਧਾਨ ਮੰਤਰੀ ਹੀ ਬਣ ਕੇ ਰਿਹਾ ਵਾ। ਤੇ ਇੱਕ ਮੈਂ ਲਾਸਟ ਗੱਲ ਕਹਿਣੀ ਚਾਹੁੰਦਾ ਵਾਂ, ਜਿਹੜੀ ਵੀਰ ਜੀ ਕਹਿ ਰਹੇ ਸੀਗੇ ਕਿ ਲੋਕ ਹਿੰਦੂ ਲੋਕ BJP ਨੂੰ ਵੋਟਾਂ ਪਾ ਦੇਣਗੇ, ਉਹ ਅੱਗੇ ਜੇ 100 ਚੋਂ 70-80 ਹਿੰਦੂ ਅੱਖਾਂ ਮੀਚ ਕੇ BJP ਨੂੰ ਵੋਟਾਂ ਪਾ ਦਿੰਦਾ ਸੀਗਾ। ਐਕਤੀ ਜਿਹੜਾ ਕਿਸਾਨਾਂ ਦਾ ਮੋਰਚਾ ਲੱਗਿਆ, ਉਹਦੇ ਨਾਲ ਲੋਕਾਂ ਦੀਆਂ ਅੱਖਾਂ ਖੁੱਲੀਆਂ ਨੇ ਬਹੁਤ। 10-15% ਹੋਣਗੇ ਜੀ ਮੇਰੇ ਹਿਸਾਬ ਦੇ ਨਾਲ। ਜਦੋਂ ਮੈਂ ਦੇਖਦਾ ਵਾਂ TV ਤੇ ਜਾਂ ਅੱਜ ਕੱਲ੍ਹ ਦੇ ਵੈਬ ਚੈਨਲਾਂ ਤੇ ਲੋਕੀ ਮਾਈਕ ਲੈ ਕੇ ਜਾਂਦੇ ਨੇ, ਲੋਕ ਸਵਾਲ ਪੁੱਛਦੇ ਨੇ BJP ਨੂੰ ਕਿ ਇਹਨਾਂ ਨੇ ਆਹ ਨਹੀਂ ਕੀਤਾ, ਆਹ ਕਿਉਂ ਨਹੀਂ ਕੀਤਾ, ਆਹ ਕਿਉਂ ਨਹੀਂ ਕੀਤਾ। ਉਹ ਇੰਨੀ ਛੇਤੀ ਇੰਨੀ ਈਜ਼ੀਲੀ ਪੋਲਰਾਈਜੇਸ਼ਨ ਵੋਟਸ ਨਹੀਂ ਹੋਣੀ। ਠੀਕ ਹੈ ਜੀ, ਠੀਕ ਹੈ ਵੀਰੇ, ਬਹੁਤ ਮਿਹਰਬਾਨੀ ਆਪਣੇ ਪਰਮਿੰਦਰ ਵੀਰੇ, ਬਹੁਤ ਸ਼ੁਕਰੀਆ। ਹਾਂਜੀ ਬਾਬੂ ਜੀ, ਇਹਨਾਂ ਦਾ ਜਿਹੜਾ ਪਹਿਲਾ ਸਵਾਲ ਸੀ ਕਿ ਅਜੇ ਵੀ ਲੱਗਦਾ ਤੁਹਾਨੂੰ ਪਾ ਦੇਣੀ ਹੈ, ਮੈਂ ਕਹਿ ਰਿਹਾ BJP ਕੋਸ਼ਿਸ਼ ਕਰੇਗੀ। ਹਾਂਜੀ ਦੇਖੋ ਇਸ ਵੇਲੇ ਤੁਸੀਂ ਮੈਨੂੰ ਜੇ ਪੁੱਛੋ ਤਾਂ ਸ਼ਹਿਰਾਂ ਦੇ ਵਿੱਚ, ਅਰਬਨ ਏਰੀਏ ਦੇ ਵਿੱਚ ਜੋ ਸਰਵੇਖਣਾਂ ਦੇ ਆਧਾਰ ਤੇ ਆਮ ਆਦਮੀ ਪਾਰਟੀ ਉੱਤੇ ਨਜ਼ਰ ਆ ਰਹੀ ਆ। ਕੱਲ ਨੂੰ BJP ਦੀ ਕੀ ਸਟ੍ਰੈਟੇਜੀ ਹੈ ਉਹ ਦੇਖੋ, ਉਹ ਵੀ ਇਹਨਾਂ ਦਾ ਜਿਹੜਾ ਸਵਾਲ ਸੀ ਬਾਬੂ ਜੀ ਕਿ ਕੀ ਅਜੇ ਵੀ ਲੱਗਦਾ ਕਿ ਬਾਕੀ ਪਾਰਟੀਆਂ ਚੋਂ ਉਸੇ ਤੇਜ਼ੀ ਦੇ ਨਾਲ ਤੁਹਾਨੂੰ ਕੱਲ ਜੇ ਪਰਸੋਂ ਆਪਣੀ ਗੱਲ ਜਿਹੜੀ ਹੋਈ ਸੀ, ਮੈਂ ਉਦੋਂ ਵੀ ਇੱਕ ਗੱਲ ਕਹੀ ਸੀਗੀ ਕਿ ED ਦੇ ਡਰ ਤੋਂ ਜਿਹੜੇ ਲੋਕ ਲਿਆਉਣੇ ਆ ਆਲਰੇਡੀ ਬੈਕਫਾਇਰ ਕਰ ਰਿਹਾ ਆ। ਉਹ BJP ਵੱਲ ਵੀ ਇਲਜ਼ਾਮ ਲੱਗ ਰਿਹਾ ਸੀਗਾ ਕਿ ਇਹ ਬਾਕੀ ਪਾਰਟੀ ਦਾ ਕਚਰਾ ਲੈ ਕੇ ਆ ਰਹੀਆਂ ਆ, ਤੇ ਜਿਹੜੇ ਲੀਡਰ ਜਾਣਾ ਚਾਹੁੰਦੇ ਸੀ, ਕੋਈ ਉਹ ਵੀ ਜਾਣਾ ਚਾਹੁੰਦਾ ਹੋਵੇ, ਉਹ ਮੈਸੇਜ ਆ ਰਿਹਾ ਸੀ ਕਿ ਇਹਨੇ ਮਾਲ ਬਹੁਤ ਖਾਧਾ, ਇਹ ਕਰਪਟ ਸੀ ਤਾਂ ਜਾ ਰਿਹਾ ਆ। ਸੋ ਉਹ ਮੈਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਰੁਕਣਾ ਹੀ ਸੀਗਾ, ਉਹ ਬਾਹਲਾ ਦੌੜ ਨਹੀਂ ਲੱਗਣੀ। ਤੇ ਜਿਹੜੀ ਪੰਜਾਬ ਦੇ ਵਿੱਚ BJP ਵੱਲ ਨੂੰ ਜਾਣ ਦਾ ਰੁਝਾਨ ਆ, ਉਹ ਹੱਲੇ ਵੀ ਲੋਕ ਜਾ ਸਕਦੇ ਆ। ਉਹ ਜਦੋਂ ਟਿਕਟਾਂ ਮਿਲਣੀਆਂ, ਲੋਕਾਂ ਨੂੰ ਹੱਲੇ ਵੀ ਨਹੀਂ ਹੁੰਦਾ ਆ ਕਿ ਮੈਨੂੰ ਟਿਕਟ ਨਹੀਂ ਮਿਲਣੀ, ਮੈਂ ਕਿਸੇ ਪਾਰਟੀ ਦਾ ਕੈਂਡੀਡੇਟ ਬਣਨਾ ਆ। ਹਾਂਜੀ, ਆਹ ਕੁਝ ਜਿਹੜੇ ਅਜੇ ਕਾਂਗਰਸ ਵਾਲੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਣੀਆਂ, ਮੈਂ ਫੇਰ ਕਹਿ ਦੇਵਾਂ ਕਿ ਚਾਹੇ ਉਹ ਅਕਾਲੀ ਦਲ ਆ, ਚਾਹੇ ਉਹ ਕਾਂਗਰਸ ਆ, ਅਕਾਲੀ ਦਲ ਦਾ ਕੋਈ ਜਿਹੜਾ ਆਲਰੇਡੀ ਜਿਹਨੂੰ ਸੀਟ ਆਲਰੇਡੀ ਡਿਕਲੇਅਰ ਕੀਤੀ ਹੈ ਕੈਂਡੀਡੇਟ, ਉਹ ਤਾਂ ਕੋਈ ਗਿਆ ਨਹੀਂ ਨਾ ਹਲੇ ਤੱਕ। ਉਹ ਲੋਕ ਕਿਹੜੇ ਗਏ ਨੇ ਜਿਹਨਾਂ ਨੂੰ ਟਿਕਟ ਨਹੀਂ ਮਿਲੀ। ਬਿਲਕੁਲ। ਕਾਂਗਰਸ ਦੇ ਵਿੱਚ ਵੀ ਅਗਰ ਕਿਸੇ ਨੂੰ ਟਿਕਟ ਕੱਟੀ ਜਾਂਦੀ ਆ, ਉਹਦਾ ਜਾਣਾ ਸੁਭਾਵਿਕ ਹੈ ਜੀ, ਜਾ ਵੀ ਸਕਦਾ, ਉਹ ਆਜ਼ਾਦ ਵੀ ਖੜਾ ਹੁੰਦਾ ਹੀ ਹੁੰਦਾ ਉਹਨਾਂ ਨੇ। ਸੋ ਉਹਨੂੰ ਮੈਂ ਰੂਲ ਆਊਟ ਨਹੀਂ ਕਰ ਸਕਦਾ। ਪਰ ਜਿਹੜੇ ਪਹਿਲੀ ਕੋਸ਼ਿਸ਼ ਲੋਕਾਂ ਦੀ ਇਹੀ ਰਹੇਗੀ, ਅਸੀਂ ਜਿਹੜੀ ਪੰਜਾਬ ਦੇ ਵਿੱਚ ਵੱਡੀਆਂ ਧਿਰਾਂ ਆ, ਔਰ ਜਿਹਦੇ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ ਦਲ, ਉਹਨਾਂ ਦੇ ਕੈਂਡੀਡੇਟ ਬਣੀਏ। ਜਦੋਂ ਉੱਥੋਂ ਰਿਜੈਕਸ਼ਨ ਮਿਲ ਜਾਏਗੀ, ਫਿਰ ਆਪਾਂ ਅੱਗੇ ਵੀ ਦੇਖਦੇ ਰਹੇ ਹਾਂ ਕਿ ਪੰਜਾਬ ਦੇ ਲੋਕ ਦੇ ਤੁਰ ਪੈਂਦੇ ਹੁੰਦੇ। ਜੀ। ਸੋ ਦੋਸਤੋ, ਮੈਂ ਬੇਨਤੀ ਕਰਦਾ ਸੀ ਹੋਰ ਕਾਲਸ ਨਾ ਕਰਿਓ। 2251 ਨੰਬਰ ਹੈ, ਉਸ ਤੋਂ ਬਾਅਦ 2 ਕਾਲਰ ਹੋਰ ਨੇ, ਆਪਾਂ ਚਲੋ ਕੁਇਕ ਉਹਨਾਂ ਦੀਆਂ ਕਾਲਸ ਵੀ ਲੈ ਲਾਂਗੇ, 8747 ਤੇ ਤਰਲੋਚਨ ਜੀ, ਬਸ ਇਸ ਤੋਂ ਬਾਅਦ ਹੋਰ ਕਾਲਸ ਨਹੀਂ ਆਪਾਂ ਲਵਾਂਗੇ। 2251। ਹਾਂਜੀ, ਤੁਸੀਂ ਆਉਂਦੀ ਰਹੋ। ਕੀ ਸ਼ੁਭ ਨਾਮ ਹੈ ਜੀ ਤੁਹਾਡਾ? ਸਤਿ ਸ੍ਰੀ ਅਕਾਲ ਜੀ, ਗੁਰਜੰਟ ਸਿੰਘ ਆ ਜੀ ਮੇਰਾ। ਜੀ ਗੁਰਜੰਟ ਸਿੰਘ ਜੀ, ਬਹੁਤ ਛੋਟੀ ਰੱਖਿਓ ਗੱਲਬਾਤ ਪਲੀਜ਼। ਬਹੁਤ ਛੋਟੀ ਜੀ। ਮੈਂ ਸੰਪੂਰਨ ਸਿੰਘ ਦੇ ਖਿਆਲਾਂ ਨਾਲ ਬਿਲਕੁਲ ਸਹੀ ਮੰਨਦਾ ਜੀ ਉਹਨਾਂ ਨੂੰ। ਤੇ ਦੂਸਰੀ ਗੱਲ ਇਹ ਹੈ ਕਿ ਇਹ BJP ਨੂੰ ਹੈ ਕਿ ਇਸ ਇਲੈਕਸ਼ਨ ਦੇ ਵਿੱਚ ਨਹੀਂ ਕਿਸੇ ਨੇ ਲਾਈਕ ਕਰਨਾ ਜੀ, ਚਾਹੇ ਸ਼ਹਿਰੀ ਵੋਟ ਆ ਤੇ ਚਾਹੇ ਪੇਂਡੂ ਵੋਟ ਆ ਜੀ। ਕਿਉਂਕਿ ਕਿਸਾਨ 15 ਮਹੀਨੇ ਬੈਠੇ ਰਹੇ ਆ ਜੀ, ਤੇ ਸਾਡੇ ਪ੍ਰਾਈਮ ਮਿਨਿਸਟਰ ਇਹ ਕਹਿ ਰਹੇ ਆ ਕਿ ਮੈਨੂੰ ਪਤਾ ਹੀ ਨਹੀਂ ਗਿਣਤੀ ਕਿੰਨੇ ਬੰਦੇ ਮਰੇ ਆ। ਹਾਲੇ ਤੱਕ ਉਹ ਐਗਰੀ ਨਹੀਂ ਕਰਦਾ ਇਸ ਗੱਲ ਨੂੰ। ਠੀਕ ਹੈ, ਤੁਸੀਂ ਦੱਸੋ, 750 ਕਿਸਾਨ ਮਰ ਗਿਆ ਬਾਰਡਰਾਂ ਤੇ, 15 ਮਹੀਨੇ ਬੈਠੇ ਰਹੇ ਹੋ, ਤੇ ਫਿਰ ਜਿਹੜੇ ਸ਼ਰਤਾਂ ਮੰਨਦਾ ਸੀਗਾ ਉਹ ਵੀ ਲਾਗੂ ਨਹੀਂ ਕਰ ਰਹੇ ਹਲੇ। ਠੀਕ ਹੈ ਸਰ। ਆਪਣੇ ਵਿਹੜੇ ਤੋਂ ਮੁੱਕਰ ਰਹੀ ਹੈ ਪਾਰਟੀ, ਭੱਜ ਰਹੀ ਹੈ। ਇਹ BJP ਦੀ ਗਵਰਨਮੈਂਟ BJP ਦੇ ਪ੍ਰਚਾਰ ਲਈ ਆਇਆ ਸੀ, ਲੋਕਾਂ ਨੇ ਲਾਈਕ ਨਹੀਂ ਕੀਤਾ। ਠੀਕ ਹੈ ਗੁਰਜੰਟ ਸਿੰਘ ਜੀ, ਧੰਨਵਾਦ ਜੀ, ਤੁਸੀਂ ਕਾਲ ਕੀਤੀ, ਧੰਨਵਾਦ ਜੀ। ਥੈਂਕ ਯੂ ਜੀ ਗਿੱਲ ਸਾਹਿਬ, ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਨੈਕਸਟ ਕਾਲਰ ਸਾਡੇ 8747 ਨੰਬਰ। ਹਾਂਜੀ, ਕੀ ਸ਼ੁਭ ਨਾਮ ਹੈ ਜੀ? ਹਾਂਜੀ, ਮੈਨੂੰ ਮਲਕੀਤ ਸਿੰਘ ਕਹਿੰਦੇ ਜੀ। ਮਲਕੀਤ ਸਿੰਘ ਜੀ, ਹਾਂਜੀ। ਤੇ ਮੈਂ ਬੋਬੀ ਸਾਹਿਬ ਦਾ ਤੁਹਾਡਾ ਬੜਾ ਰਿਵਿਊ ਹੈ, ਬੜਾ ਅੱਛਾ ਟੌਪਿਕ ਹੈ। ਥੈਂਕ ਯੂ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਬ੍ਰੀਚ ਆਫ ਸਿਕਿਉਰਿਟੀ ਤਾਂ ਹੋਇਆ, ਬੜੀ ਅੱਛੀ ਤਰ੍ਹਾਂ ਐਨਾਲਿਸਿਸ ਕਰਤਾ ਇਹਨਾਂ ਨੇ, ਸਾਡੇ ਬੋਬੀ ਸਾਹਿਬ ਨੇ। ਪਰ ਮੇਰਾ ਕੁਛ ਜਿਹੜਾ ਇਹ ਪੂਰੇ ਇਹਨਾਂ ਦੀ ਵਿਜ਼ਿਟ ਕੈਂਸਲ ਹੋਈ ਹੈ ਜਾਂ ਵਾਪਸ ਗਏ ਨੇ, ਪੰਜਾਬ ਦੇ ਹਿੱਤ ਵਿੱਚ ਨਹੀਂ,
ਇਹਦੇ ਆਫਟਰ ਇਫੈਕਟਸ ਬਹੁਤ ਹੋਣਗੇ। ਉਹਨਾਂ ਨੇ ਆਹ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦਾ ਦਿਨ ਚੁਣਿਆ ਸੀ ਉਰੇ ਪੰਜਾਬ ਚੋਣ ਦਾ। ਉਹ ਸ਼ਾਇਦ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਕੇ ਜਾਂਦੇ, ਇਹ ਸੰਭਾਵਨਾ ਕੀਤੀ ਜਾਂਦੀ ਹੈ, ਚਾਹੇ ਕਿਸਾਨੀ ਅੰਦੋਲਨ ਦੀਆਂ ਡਿਮਾਂਡਾਂ ਪੂਰੀਆਂ ਕਰਦੇ, ਚਾਹੇ ਪੰਜਾਬ ਦਾ ਕੋਈ ਕਰਜ਼ਾ ਮਾਫ ਕਰਦੇ, ਚਾਹੇ ਕੁਛ ਹੋਰ ਕਰਦੇ। ਇਹਦੇ 'ਚ ਕੋਈ ਸ਼ੱਕ ਨਹੀਂ। ਪੋਲੀਟੀਕਲ ਉਹਨਾਂ ਦੀ ਪਾਰਟੀ ਨੇ ਇਹ ਕਾਨਫਰੰਸ ਉਹ ਕਰਨੀ ਸੀ, ਜੋ ਅਰੇਂਜ ਕਰਨੀ ਸੀ। ਇਸ ਕਰਕੇ ਅਸੀਂ ਪੰਜਾਬ ਦੇ ਹਿੱਤ ਵਿੱਚ ਨਹੀਂ ਹੋਇਆ ਜਿਹੜਾ ਉਹ ਵਾਪਸ ਗਏ। ਕਾਰਨ ਇਹਦਾ ਕੋਈ ਬਣਿਆ। ਠੀਕ ਹੈ ਜੀ, ਥੈਂਕ ਯੂ, ਬਹੁਤ ਸ਼ੁਕਰੀਆ। ਅੱਛਾ, ਇਸ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਬੌਬੀ ਜੀ, ਜੇ ਸੱਚਮੁੱਚ ਹੀ ਠਾਣ ਕੇ ਪ੍ਰਧਾਨ ਮੰਤਰੀ ਜਾਂ ਬੀਜੇਪੀ ਪਾਰਟੀ ਬੈਠੀ ਹੋਵੇ ਕਿ ਅਸੀਂ ਹੁਣ ਪੰਜਾਬੀਆਂ ਦਾ, ਕਿਸਾਨਾਂ ਦਾ ਜਾਂ ਹੋਰ ਲੋਕ ਹਿੱਤਾਂ ਦਾ ਅਸੀਂ ਰਖਵਾਲੇ ਬਣਨਾ, ਤਾਂ ਕੀ ਉਹ ਸਿਰਫ ਇਸ ਇੰਸੀਡੈਂਟ ਦੇ ਕਰਕੇ ਉਸ ਗੱਲ ਤੋਂ ਪਿੱਛੇ ਮੁੜ ਜਾਣਗੇ? ਹੁਣ ਉਹਨਾਂ ਨੂੰ ਅਜੇ ਲੋੜ ਨਹੀਂ ਹੈ ਪੰਜਾਬੀਆਂ ਦੀ? ਨਹੀਂ, ਮੈਨੂੰ ਲੱਗਦਾ ਕਿ ਇਹੋ ਜਿਹੀ ਕੋਈ ਗੱਲ ਤਾਂ ਨਹੀਂ ਹੈਗੀ, ਤੇ ਜੇਕਰ ਉਹ ਕੁਝ ਕਰਨਾ ਚਾਹਣਗੇ ਡੈਫੀਨਿਟਲੀ ਗਾਂਹ ਵੀ ਕਰਨਗੇ। ਪਰ ਦੇਖੋ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ, ਅਗਰ ਮੈਂ ਜੇ ਭਾਈ ਸਾਹਿਬ ਆਏ, ਇਹਨਾਂ ਨਾਲ ਇੱਕ ਗੱਲ ਨਾਲ ਸਹਿਮਤ ਆ, ਪ੍ਰੋਟੈਸਟ ਕਰਨਾ ਹੱਕ ਆ, ਸਭ ਦਾ ਕਰਨਾ ਚਾਹੀਦਾ ਪੀਸਫੁਲੀ। ਇਹਨਾਂ ਮੁਲਕਾਂ 'ਚ ਵੀ ਹੁੰਦਾ, ਇੱਕ ਥਾਂ ਤੇ ਹੁੰਦਾ ਪੀਸਫੁਲੀ ਪ੍ਰੋਟੈਸਟ ਕਰੋ। ਅਗਰ ਕੋਈ ਪੋਲੀਟੀਸ਼ੀਅਨ ਕੋਈ ਕੁਛ ਆ, ਉਹ ਆਪਣਾ ਭਾਸ਼ਣ ਦੇਣਾ ਚਾਹੁੰਦਾ, ਕੁਛ ਕਰਨ, ਉਹਨੂੰ ਸੁਣ ਲੈਣ 'ਚ ਕੋਈ ਹਰਜ ਵੀ ਨਹੀਂ ਹੈਗਾ, ਸ਼ਾਇਦ ਕੋਈ ਚੀਜ਼ ਦੇ ਕੇ ਹੀ ਜਾਂਦੇ। ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦੇਣੀ ਚਾਹੁੰਦਾ ਆ। ਕੈਨੇਡਾ 'ਚ ਪਿਛਲੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਯਾਦ ਹੋਣਾ, ਬੋਲਟਨ ਦੇ ਵਿੱਚ ਜਸਟਿਨ ਟਰੂਡੋ ਦਾ ਸਮਾਗਮ ਵਿੱਚ ਬਰੀਚ ਹੋ ਗਈ ਸੀ। ਤੁਹਾਨੂੰ ਯਾਦ ਹੋਣਾ, ਜਿਹੜੇ ਐਂਟੀ ਮਾਸਕਰ ਪਹੁੰਚ ਗਏ ਸੀ, ਬੜਾ 2 ਦਿਨ ਨੈਸ਼ਨਲ ਨਿਊਜ਼ ਰਹੀ ਸੀਗੀ ਉਹ, ਤੇ ਲੋਕਾਂ ਆਪਾਂ ਸਭ ਨੇ ਖੰਡਨ ਕੀਤਾ ਸੀਗਾ ਜੀ, ਮਾੜੀ ਗੱਲ ਆ, ਜਿਹੜੇ ਲੋਕ ਪ੍ਰੋਟੈਸਟਰ ਆ ਉਹਨਾਂ ਨੂੰ ਨਹੀਂ ਸੀ ਆਉਣਾ ਚਾਹੀਦਾ, ਨਹੀਂ ਸੀ ਕਰਨਾ ਚਾਹੀਦਾ। ਹਾਲਾਂਕਿ ਉਹ ਜਿਹੜੇ ਸ਼ਾਇਦ ਪ੍ਰੋਟੈਸਟਰ ਉਹ ਆਪਣੇ ਕੌਜ਼ ਲਈ ਬੜੇ ਕਮਿਟਡ ਹੋਣ ਤੇ ਉਹਨਾਂ ਨੂੰ ਲੱਗਦਾ ਹੋਵੇ ਕਿ ਉਹਨਾਂ ਦਾ ਕੌਜ਼ ਬਹੁਤ ਸਹੀ ਆ। ਇੱਥੇ ਵੀ ਮੈਂ ਫਿਰ ਕਹਾਂ, ਅਗਰ ਪ੍ਰੋਟੈਸਟ ਕਰਨਾ ਪੀਸਫੁਲੀ, ਡੈਮੋਕ੍ਰੇਸੀ 'ਚ ਸਭ ਨੂੰ ਹੱਕ ਵੀ ਆ ਤੇ ਹੋਣਾ ਚਾਹੀਦਾ ਵੀ ਆ, ਤੇ ਉਹਦਾ ਇੱਕ ਤਰੀਕਾ ਵੀ ਇੱਕ ਹੋਣਾ ਚਾਹੀਦਾ ਆ। ਨਰਿੰਦਰ ਮੋਦੀ ਦੀ ਜਿਹੜੀ ਉਹਨਾਂ ਦੀ ਰੈਲੀ ਫੇਲ ਹੋਈ ਆ, ਚਾਹੇ ਉਹ ਵੈਦਰ ਕਰਕੇ ਹੋਈ ਆ, ਚਾਹੇ ਲੋਕਾਂ ਨੇ ਬੱਸਾਂ ਨਹੀਂ ਆਉਣ ਦਿੱਤੀਆਂ, ਚਾਹੇ ਲੋਕ ਨਹੀਂ ਪਹੁੰਚੇ, ਕੁਛ ਵੀ ਕਾਰਨ ਆ, ਜਦੋਂ ਖਾਲੀ ਸਟੇਜ 'ਚ ਉਹਨਾਂ ਨੇ ਬੋਲਣਾ ਸੀਗਾ, ਉਹ ਆਪਣੇ ਆਪ 'ਚ ਇੱਕ ਮੈਸੇਜ ਚਲੇ ਜਾਣਾ ਸੀ ਕਿ ਪੰਜਾਬ ਨੇ ਸ਼ਾਇਦ ਆਪਣਾ ਗੁੱਸਾ ਦਿਖਾ ਦਿੱਤਾ ਪ੍ਰਾਈਮ ਮਿਨਿਸਟਰ ਨੂੰ, ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦਾ ਰਵੱਈਆ ਰਿਹਾ। ਉਹ ਆਪਣੇ ਆਪ ਵਿੱਚ ਇੱਕ ਬਿਫਿਟਿੰਗ ਰਿਪਲਾਈ ਸੀਗੀ। ਪਰ ਮੈਂ ਫਿਰ ਕਹਾਂ ਕਿ ਜਿਹੜਾ ਅੱਜ ਦਾ ਆਪਾਂ ਡਿਸਕਸ਼ਨ ਕਰ ਰਹੇ ਹਾਂ, ਅੱਜ ਇਹ ਹੋਣੀ ਸੀਗੀ ਕਿ ਨਰਿੰਦਰ ਮੋਦੀ ਆਏ, ਕੁਰਸੀਆਂ ਖਾਲੀ ਸੀ। ਹੁਣ ਚਰਚਾ ਜਿਹੜੀ ਆ ਉਹ ਇਹ ਹੋ ਰਹੀ ਆ ਕਿ ਸਿਕਿਉਰਿਟੀ ਬਰੀਚ ਹੋਈ ਆ। ਤੇ ਮੈਂ ਫਿਰ ਕਹਾਂ ਕਿ ਲੋਕ ਮੈਂ ਕਈ ਵੀਰ ਕਹਿ ਰਹੇ, ਉਹ ਇੱਕ ਨਾ ਮਿਕਸਅਪ ਕਰ ਰਹੇ, ਪ੍ਰੋਟੈਸਟ ਕਰਨਾ ਸਹੀ ਆ, ਪ੍ਰੋਟੈਸਟ ਕਰਨ ਨੂੰ ਮੈਂ ਨਾ ਨਹੀਂ ਕਰ ਰਿਹਾ, ਪਰ ਸਾਨੂੰ ਕਿਸੇ ਮੁਲਕ ਦੇ ਵਿੱਚ ਵੀ, ਚਾਹੇ ਪ੍ਰਾਈਮ ਮਿਨਿਸਟਰ ਹੈਗਾ, ਉਹਦਾ ਇੱਕ ਪ੍ਰੋਟੋਕਾਲ ਹੁੰਦਾ, ਉਹਦੀ ਸਿਕਿਉਰਿਟੀ ਬਰੀਚ, ਉਹ ਤੇ ਸਾਨੂੰ ਡਿਸਕਸ ਕਰਨਾ ਚਾਹੀਦਾ ਕਿ ਉਹ ਕਿਉਂ ਹੋਇਆ, ਉਹਦੇ ਕਾਰਨ ਕੀ ਆ। ਆਪਾਂ ਡਿਸਕਸ਼ਨ ਇਸ ਵੱਲ ਨੂੰ ਮੈਂ ਇੱਕ ਇਮੋਸ਼ਨਲ ਤੌਰ ਦੇ ਉੱਤੇ, ਚਲੋ ਜਿਵੇਂ ਬਾਈ ਹੋਰਾਂ ਨੇ ਗੱਲ ਕੀਤੀ ਸੀ ਕਿ ਯਾਰ ਵੀ ਉਹਨਾਂ ਨੇ ਲੋਕਾਂ ਨੇ ਬੀਜੇਪੀ ਦੇ ਪ੍ਰਧਾਨ ਮੰਤਰੀ ਆਪਣੇ ਇਮੋਸ਼ਨਲ ਹੀ ਕਰਨਾ। ਅਮਰੀਕਾ ਦੇ ਵਿੱਚ ਜਿਹਨਾਂ ਨੇ ਕੈਪੀਟਲ ਹਿੱਲ ਤੇ ਕਬਜ਼ਾ ਕੀਤਾ ਸੀ, ਉਹ 48% ਅਮਰੀਕਨ ਲੋਕ ਉਹਨੂੰ ਜਾਇਜ਼ ਸਮਝਦੇ ਆ। ਗੱਲਾਂ ਕੱਲੀਆਂ ਇਮੋਸ਼ਨ ਦੇ ਨਾਲ ਨਹੀਂ, ਟੈਕਨੀਕਲ ਪੁਆਇੰਟ ਜਿਹੜੇ ਹੁੰਦੇ ਆ, ਆਪਾਂ ਨੂੰ ਉਹਨੂੰ ਮੂਹਰੇ ਜ਼ਰੂਰ ਰੱਖਣਾ ਚਾਹੀਦਾ। ਅੱਛਾ, ਇਹਦੇ 'ਚ ਬੌਬੀ ਜੀ ਜਾਣ ਤੋਂ ਪਹਿਲਾਂ ਇੱਕ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਕਪੈਸਿਟੀ ਦੇ ਉੱਤੇ ਵੀ ਬਹੁਤ ਵੱਡੇ ਸਵਾਲ ਖੜੇ ਹੋਏ ਨੇ ਕਿ ਉਹ ਇੱਕ ਕਮਜ਼ੋਰ ਮੁੱਖ ਮੰਤਰੀ ਦੀ ਤਰ੍ਹਾਂ ਲੋਕਾਂ ਨੇ ਉਹਨਾਂ ਨੂੰ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਵਿਰੋਧੀ ਧਿਰ ਹੈ, ਚਾਹੇ ਉਹ ਵਿਦਨ ਕਾਂਗਰਸ ਹੈ। ਉਹਦੀ ਵੀ ਗੱਲ ਕਰਦੇ ਹਾਂ, ਪਰ ਲਾਸਟ ਕਾਲ ਲੈ ਲੈਂਦੇ। ਤਲੋਚਨ ਜੀ, ਤੁਸੀਂ ਆਉਂਦੇ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਤਾਂ ਮੇਰਾ ਖਿਆਲ ਜੋ ਇਹ ਨਹੀਂ ਜੱਕਦਮ ਉੱਥੋਂ ਜਿੱਦਾਂ ਬਠਿੰਡੇ ਦੇ ਫਲਾਈਟ ਤੇ ਜੋ ਉਤਰ ਕੇ ਪਲਾਨ ਬਣਾਇਆ, ਵੀ ਇੱਦਾਂ ਮੋਰੇ ਕਿਸੇ ਨੇ ਪੁੱਛਿਆ ਹੀ ਨਹੀਂ ਹੋਊਗਾ। ਇਹਨਾਂ ਦੇ ਸਿਕਿਉਰਿਟੀ ਬਾਜ਼ਾਰ ਦੇ ਨਾਲ ਜਿਹੜੇ ਹੁੰਦੇ ਆ, ਵੀ ਰਸਤਾ ਮੋਰੇ ਦੂਸਰਾ ਕਲੀਅਰ ਹੋਆ, ਵੀ ਕੋਈ ਜਾਮ ਜੂਮ ਤਾਂ ਨਹੀਂ ਲੱਗਾ। ਇਹੀ ਤਾਂ ਰੌਲਾ ਜੀ ਕਿ ਸਾਰੀ ਚੀਜ਼ ਉਹਨਾਂ ਦਾ ਜੀ, ਉਹਨਾਂ ਦਾ ਕਹਿਣਾ ਇਹ ਆ ਕਿ ਡੀਜੀ ਪੰਜਾਬ ਨੇ ਉਹਨਾਂ ਨੂੰ ਇੰਸ਼ੋਰੈਂਸ ਦਿੱਤਾ ਕਿ ਰੂਟ ਸੈਨੀਟਾਈਜ਼ ਹੋ ਚੁੱਕਾ, ਮਤਲਬ ਕਿ ਰੂਟ ਕਲੀਅਰ ਹੋ ਚੁੱਕਾ ਆ। ਇਹੀ ਤਹਿਕੀਕਾਤ ਮੰਗਦਾ ਆ ਕਿ ਡੀਜੀਪੀ ਨੇ ਵਾਕਿਆ ਹੀ ਗੱਲ ਕਹੀ ਆ ਕਿ ਕੀ ਜੇ ਕਹੀ ਆ, ਫਿਰ ਇਸ ਰੂਟ ਦੀ ਲੀਕੇਜ ਕਿਹਨੇ ਕੀਤੀ ਹੈ? ਪੰਜਾਬ ਪੁਲਿਸ ਨੇ ਕੀਤੀ ਆ ਜਾਂ ਨਰਿੰਦਰ ਮੋਦੀ ਦੇ ਕਿਸੇ ਐਸਪੀਜੀ ਦੇ ਮੁਲਾਜ਼ਮ ਨੇ ਕੀਤੀ ਆ? ਇਹ ਗੱਲਾਂ ਦੀ ਤਹਿਕੀਕਾਤ ਹੋਣੀ ਜ਼ਰੂਰੀ ਆ, ਤਾਂ ਹੀ ਉਹ ਆਪਾਂ ਕਿਸੇ ਫਾਈਨਲ ਨਤੀਜੇ ਤੱਕ ਪਹੁੰਚ ਸਕਦੇ ਆ। ਕੌਣ ਜ਼ਿੰਮੇਵਾਰ ਹੈ ਜੀ? ਹਾਂਜੀ, ਬਹੁਤ ਸ਼ੁਕਰੀਆ ਸਰ। ਹਾਂਜੀ, ਛੋਟੀ ਰੱਖ ਲਿਓ। ਹਾਂਜੀ, ਕੰਪਲੀਟ ਕਰ ਦਿਓ ਆਪਣੀ ਗੱਲ। ਕੋਈ ਨਹੀਂ, ਜਿਹੜੀ ਕੇਂਦਰ ਦੀ
ਮਿਲਟਰੀ ਜਦੋਂ BSF ਕਹਿੰਦੇ ਲਾਈ ਉੱਪਰ ਉਹਦਾ 50 ਕਿਲੋਮੀਟਰ ਘੇਰਾ ਹੁੰਦਾ, ਇਹ ਤਾਂ 10-15 ਕਿਲੋਮੀਟਰ ਤੇ ਸੀਗੇ, ਤਾਂ ਫਿਰ ਉਹ ਕੋਈ ਇਹਨਾਂ ਦੀ BSF ਹੈ ਉਹ ਮਿਲਟਰੀ ਕਿੱਥੇ ਗਈ ਜੀ? ਫਿਰ ਇੱਥੇ ਆਪਾਂ ਨੂੰ ਪਹਿਲਾਂ ਤਾਂ ਇਹੀ ਨਹੀਂ ਪਤਾ ਹਰਜਿੰਦਰ ਜੀ, ਜਦੋਂ ਲੋਕੀ ਕਹਿੰਦੇ ਜੀ BSF ਦਾ ਪੰਜਾਬ ਤੇ ਕਬਜ਼ਾ ਹੋ ਗਿਆ, 50 ਕਿਲੋਮੀਟਰ ਆ ਗਈ, ਮੈਂ ਇੱਥੇ ਵੀ ਥੋੜਾ ਜਿਹਾ ਕਲੈਰਿਟੀ ਦੇਣੀ ਚਾਹੁੰਦਾ ਵਾਂ। ਉਹ ਤੁਸੀਂ ਆਫ ਦੀ ਏਅਰ ਸੁਣ ਲਿਓ ਜੀ। ਹਾਂਜੀ, ਉਹਦਾ ਮਤਲਬ ਪਹਿਲਾਂ ਵੀ 10-15 ਕਿਲੋਮੀਟਰ ਸੀ, ਉਹਦਾ ਮਤਲਬ ਇਹ ਨਹੀਂ ਸੀਗਾ ਕਿ ਜਿਹੜੇ ਬਾਰਡਰ ਦੇ ਥਾਣੇ ਆ BSF ਹੇਠਾਂ ਆ ਗਏ ਸੀਗੇ। ਉਹ ਇਹ ਹੈਗਾ ਕਿ ਅਗਰ ਕੋਈ ਚੀਜ਼ ਬਾਰਡਰ ਤੇ ਹੁੰਦੀ, ਕਿ ਡਰੋਨ ਆਉਂਦੀ ਆ, ਜੇ ਕੋਈ ਨਸ਼ਾ ਤਸਕਰ ਹੈਗਾ ਆ ਜਿੱਥੇ ਬਾਰਡਰ ਦੇ ਨਾਲ ਉਹਨਾਂ ਦੇ ਨਾਲ ਰਿਲੇਟਡ ਆ, ਪਹਿਲਾਂ ਉਹ 15 ਕਿਲੋਮੀਟਰ ਸ਼ਾਇਦ ਸੀਗਾ ਅੰਦਰ ਵੜ ਕੇ ਉਸ ਬੰਦੇ ਨੂੰ ਫੋਲੋ ਕਰ ਸਕਦੇ ਸੀਗੇ, ਤਹਿਕੀਕਾਤ ਕਰ ਸਕਦੇ ਸੀ, ਜਿਹੜਾ ਉਸ ਕਿਤੇ ਨੂੰ ਸ਼ੱਕ ਹੈਗਾ ਬੰਦਾ ਉਸ ਚੀਜ਼ ਵਿੱਚ ਸ਼ਾਮਲ ਆ, ਜਾਂ ਕੋਈ ਡਰੋਨ ਡਿੱਗੀ ਆ, ਜਾਂ ਕੋਈ ਨਸ਼ਾ ਤਸਕਰ ਆ। ਉਹ ਹੁਣ ਵਧਾ ਕੇ 50 ਕਿਲੋਮੀਟਰ ਕਰ ਦਿੱਤੀ ਗਈ ਕਿ BSF ਜੇ ਕਿਸੇ ਨੂੰ ਨਹੀਂ ਤਾਂ ਅੱਗੇ ਸੀਗਾ 15 ਕਿਲੋਮੀਟਰ ਤੋਂ ਬਾਅਦ ਉਹਨਾਂ ਨੂੰ ਫਿਰ ਜੋ ਵੀ ਕਹਿੰਦੇ ਲੋਕਲ ਕਹਿੰਦੇ ਗਾਂ ਪੁਲਿਸ ਆ ਉਹਨੂੰ ਇਨਫੋਰਮ ਕਰਨਾ ਪੈਂਦਾ ਸੀਗਾ। ਤਾਂ ਹੁਣ ਉਹਨਾਂ ਨੂੰ 50 ਕਿਲੋਮੀਟਰ ਤੱਕ ਅਧਿਕਾਰ ਹੈਗਾ ਕਿ ਜੇਕਰ ਕੋਈ ਵੀ ਇਹੋ ਜਿਹੀ ਗਤੀਵਿਧੀ ਹੁੰਦੀ, ਡਰੋਨ ਬਾਰਡਰ ਤੋਂ ਪਾਰ ਆਉਂਦੀ ਆ, ਕੋਈ ਨਸ਼ਾ ਤਸਕਰ ਆ ਰਿਹਾ ਆ, ਉਹਨੂੰ ਫੋਲੋ ਕਰ ਰਹੇ ਆ, ਉਹਨਾਂ ਨੂੰ 50 ਕਿਲੋਮੀਟਰ ਤੱਕ ਉਹ ਫੋਲੋ ਕਰ ਸਕਦੇ ਆ। ਉਹ ਇਹ ਅਧਿਕਾਰ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਲਾਅ ਐਂਡ ਆਰਡਰ ਦਾ ਸਾਰਾ ਜਿਹੜਾ ਕਹਿੰਦੇ ਹੁੰਦੇ BSF ਨੂੰ 50 ਕਿਲੋਮੀਟਰ ਦੇ ਦਿੱਤਾ ਗਿਆ। ਇਹ ਟੈਕਨੀਕਲ ਗੱਲ ਤੁਹਾਨੂੰ ਸਮਝਣੀ। ਅੱਛਾ, ਇੱਕ ਲਾਸਟ ਪੁਆਇੰਟ ਬਾਬੂ ਜੀ, ਚਰਨਜੀਤ ਸਿੰਘ ਚੰਨੀ ਹੋਰਾਂ ਦੀ ਕਪੈਸਿਟੀ ਤੇ ਉਹਨਾਂ ਦੇ ਕੰਮਕਾਰ ਤੇ ਉਹਨਾਂ ਦੇ ਮਤਲਬ ਇੱਕ ਕਮਜ਼ੋਰ ਮੁੱਖ ਮੰਤਰੀ ਦੀ ਤਰ੍ਹਾਂ ਪ੍ਰੈਜ਼ੈਂਟ ਕੀਤਾ ਜਾ ਰਿਹਾ। ਮੈਂ ਜੀ ਦੇਖੋ, ਚੰਨੀ ਸਾਹਿਬ ਤੇ ਸੁਖੀ ਰੰਧਾਵਾ ਜੀ, ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ, ਮੈਂ ਪਰਸਨਲੀ ਦੋਵਾਂ ਨੂੰ ਜਾਣਦਾ ਵੀ ਹਾਂ, ਪਰ ਮੈਂ ਇੱਕ ਗੱਲ ਤੇ ਮੈਂ ਆਪਣਾ ਗਿਲਾ ਜ਼ਰੂਰ ਆ ਕਿ ਅੱਜ ਦਾ ਇਨਸੀਡੈਂਟ ਹੋਵੇ, ਬਿਕਰਮ ਸਿੰਘ ਮਜੀਠੀਆ ਪੰਜਾਬ 'ਚ ਫਿਰਦਾ ਆ, ਹਲੇ ਤੱਕ ਉਹਦੇ ਲੁੱਕ ਆਊਟ ਏਅਰਪੋਰਟਸ ਤੇ ਤਾਂ ਕੱਢ ਦਿੱਤੇ ਗਏ, ਪਰ ਹਲੇ ਤੱਕ ਫੜਿਆ ਨਹੀਂ। ਉਹ ਜੋ ਵੀ ਗੱਲਾਂ ਹੈਗੀਆਂ ਆ, ਉਹ ਇੱਕ ਗੱਲੋਂ ਦਰਸਾਉਂਦੀਆਂ ਆ ਕਿ ਕਿਤੇ ਨਾ ਕਿਤੇ ਕਮਜ਼ੋਰੀ ਜ਼ਰੂਰ ਹੈਗੀ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ। ਸੋ ਆਪਾਂ ਤਾਂ ਇਹ ਆਸ ਹੀ ਕਰ ਸਕਦੇ ਹਾਂ। ਦੂਜੀ ਗੱਲ ਆ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇਹ ਕਹਿ ਦੇਣਾ ਕਿ ਮੈਂ ਤਾਂ ਜੀ ਮਿਨਿਸਟਰ ਲੈ ਕੇ ਧਰਨਾ ਲੈ ਕੇ ਬੈਠੂੰਗਾ, 36,000 ਇੰਪਲੋਈ ਜਿਹੜੇ ਬੱਚੇ ਉਹ ਗਵਰਨਰ ਨੇ ਸਾਈਨ ਨਹੀਂ ਕੀਤੀ, ਤੇ ਗਵਰਨਰ ਦਾ ਕਹਿ ਦੇਣਾ ਕਿ ਮੈਂ ਤਾਂ ਜੀ 2 ਦਿਨ ਪਹਿਲਾਂ ਤੁਹਾਨੂੰ ਫਾਈਲ ਘੱਲਤੀ ਆ ਵਾਪਸ। ਸੋ ਇਹ ਥੋੜ੍ਹੀ ਜਿਹੀ ਪੋਲੀਟੀਕਲ ਮੈਚੋਰਿਟੀ ਦੀ ਕਮੀ ਜ਼ਰੂਰ ਮੈਨੂੰ ਨਜ਼ਰ ਆਉਂਦੀ ਆ। ਹਾਂ, ਖੁਸ਼ੀ ਦੇ ਨਾਲ ਭੰਗੜੇ ਪਾ ਲੈਣੇ, ਉਹ ਗੱਲਾਂ ਕਰਨੇ ਬੜੀ ਚੰਗੀ ਗੱਲ ਆ, ਪਰ ਅਖੀਰ ਵਿੱਚ ਚੀਫ ਮਿਨਿਸਟਰ ਦਾ ਕੰਮ ਆ ਚੰਗਾ ਸ਼ਾਸਨ ਦੇਣਾ, ਐਡਮਿਨਿਸਟ੍ਰੇਸ਼ਨ ਚੰਗਾ ਪ੍ਰੋਵਾਈਡ ਕਰਨਾ। ਤੇ ਹਰਜਿੰਦਰ ਜੀ, ਆਪਾਂ ਸਾਰੀਆਂ ਗੱਲਾਂ ਕਰਦੇ ਹਾਂ, ਪਰ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਪੰਜਾਬ ਦੀ ਐਡ ਕਰਨਾ ਭੁੱਲ ਗਿਆ। ਪਿਛਲੇ ਦਿਨਾਂ 'ਚ ਨਿਊਜ਼ ਸਾਈਕਲ ਇੰਨੀ ਗਰਮ ਰਹੀ ਆ, ਜਿਹੜੇ 4.5 ਸਾਲ ਪਹਿਲਾਂ ਸਭ ਤੋਂ ਵੱਧ ਰੌਲਾ ਪਿਆ ਸੀ ਬਿਕਰਮ ਸਿੰਘ ਮਜੀਠੀਆ ਦੇ ਪਰਚਾ ਹੋਣਾ, ਉਹਦੀ ਤਾਂ ਲੋਕੀ ਬਿਲਾਂ ਦਾ ਪਿਛਲੇ ਹਫ਼ਤੇ ਗੱਲ ਹੀ ਨਹੀਂ ਕਰ ਰਹੇ, ਕਿਉਂਕਿ ਗੱਲਾਂ ਹੋਰ ਨਿਊਜ਼ ਇੰਨੀ ਸਾਈਕਲ ਦੇ ਵਿੱਚ ਹੋਰ ਇੰਨੀ ਆ ਗਈਆਂ, ਗਰਮ ਹੋ ਗਈਆਂ। ਅੱਜ ਵੀ ਉਹਨਾਂ ਦੀ ਜਿਹੜੀ ਆ ਬੇਲ ਦੀ ਜਿਹੜੀ ਐਪਲੀਕੇਸ਼ਨ ਹਾਈ ਕੋਰਟ ਵਿੱਚ ਸੀਗੀ ਗਈ, ਉਹ 'ਚ ਜਿਹੜੀ ਕਿ ਉਹਨਾਂ ਨੂੰ ਅੱਜ ਇਮੀਡੀਏਟ ਰਿਲੀਫ ਨਹੀਂ ਮਿਲਿਆ। ਕੱਲ੍ਹ ਨੂੰ ਉਹਨਾਂ ਨੇ ਸਰਕਾਰੀ ਧਿਰ ਤੋਂ ਜਵਾਬ ਮੰਗਿਆ ਹੋਇਆ ਹਾਈ ਕੋਰਟ ਨੇ, ਤੇ 10 ਤਰੀਕ ਤੱਕ ਸੁਣਵਾਈ ਪਾ ਦਿੱਤੀ ਆ। ਇਹ ਗੱਲ ਵੱਲ ਸੋ ਮੈਂ ਇਹ ਗੱਲ ਤਾਂ ਕਰਨੀ ਪਿੱਛੇ ਰਹਿ ਗਈਆਂ। ਹਾਂ, ਹਾਲਾਂਕਿ ਉਹ ਬੜੀ ਵੱਡੀ ਚਰਚਾ ਸੀ, ਉਹ ਵੀ ਬਹੁਤ ਹਾਂਜੀ ਅਹਿਮ ਨਿਊਜ਼ ਸੀ। ਹਾਂਜੀ, ਬਹੁਤ ਸ਼ੁਕਰੀਆ ਬਾਬੂ ਜੀ, ਧੰਨਵਾਦ ਤੁਹਾਡਾ, ਕਾਫੀ ਸਮਾਂ ਲਿਆ ਅੱਜ, ਤੇ ਕਾਫੀ ਇੰਪੋਰਟੈਂਟ ਵਿਸ਼ਾ ਸੀ, ਤੇ ਇਹਦੇ ਤੇ ਤੁਸੀਂ ਕਾਫੀ ਡਿਟੇਲਡ ਗੱਲਬਾਤ ਪਹੁੰਚਦੀ ਕੀਤੀ। ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਗੁਰਸ਼ਰਨ ਬੌਬੀ ਸਿੱਧੂ ਹੋਰੀ 647 539 3020 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 6475393020 ਗੁਰਸ਼ਰਨ ਬੌਬੀ ਸਿੱਧੂ। For all the latest updates, please subscribe G Media Group and press the bell icon.